Audio Jungle. ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਅਪਡੇਟ ਟੀਵੀ ਦੇਖ ਰਹੇ ਮੇਰੇ ਦੇਸ਼ ਵਿਦੇਸ਼ ਦੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਸਾਰਿਆਂ ਦਾ ਪ੍ਰੋਗਰਾਮ ਸਿਹਤ ਚਰਚਾ ਦੇ ਵਿੱਚ। ਮੇਰੇ ਨਾਲ ਅੱਜ ਹੋਣਗੇ ਡਾਕਟਰ ਹਰਿੰਦਰਪਾਲ ਸਿੰਘ ਜੀ, ਮੈਡੀਕਲ ਆਯੁਰਵੈਦਿਕ ਅਫਸਰ, ਜਿਹੜੇ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਆਯੁਰਵੈਦਿਕ ਵਿਭਾਗ ਵਿੱਚ ਮੈਡੀਕਲ ਅਫਸਰ ਵਜੋਂ ਤੈਨਾਤ ਨੇ। ਅੱਜ ਆਪਾਂ ਉਹਨਾਂ ਨਾਲ ਖੁੱਲ੍ਹੀਆਂ ਗੱਲਾਂ ਕਰਾਂਗੇ ਕਰੋਨਾ ਬਾਰੇ ਅਤੇ ਆਪਣੀ ਜਿਹੜੀ ਸਿਹਤ ਆ, ਜੀਵਨ ਸ਼ੈਲੀ ਆ, ਕਿਸ ਤਰ੍ਹਾਂ ਇਹਦੇ ਵਿੱਚ ਗਿਰਾਵਟ ਆ ਰਹੀ ਆ, ਕਿਉਂ ਅਸੀਂ ਮਤਲਬ ਜਿਹੜੀਆਂ ਨਵੀਆਂ ਨਵੀਆਂ ਬਿਮਾਰੀਆਂ ਆ ਰਹੀਆਂ ਨੇ ਉਹਨਾਂ ਦੇ ਨਾਲ ਸਾਡਾ ਸਰੀਰ ਲੜਨ ਦੀ ਸਮਰੱਥਾ ਸਰੀਰ ਦੇ ਵਿੱਚੋਂ ਕਿਉਂ ਘਟ ਰਹੀ ਆ, ਕੀ ਕੀ ਕਾਰਨ ਨੇ, ਅਤੇ ਇਹਦੇ ਬਾਰੇ ਚਰਚਾ ਕਰਾਂਗੇ। ਸਾਡੇ ਨਾਲ ਨੇ ਡਾਕਟਰ ਹਰਿੰਦਰਪਾਲ ਸਿੰਘ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸਿਹਤ ਚਰਚਾ ਦੇ ਵਿੱਚ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਆਪ ਜੀ ਦੇ ਇਸ ਪਲੇਟਫਾਰਮ 'ਤੇ ਸਾਨੂੰ ਸਾਰੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਮਿਲ ਰਿਹਾ ਹੈ। ਆਪ ਜੀ ਦਾ ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ, ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਡਾਕਟਰ ਸਾਹਿਬ, ਜਿਵੇਂ ਕਿ ਆਪਾਂ ਗੱਲ ਕਰੀਏ, ਜਿਹੜੀ ਕਰੋਨਾ ਮਹਾਂਮਾਰੀ ਚੱਲ ਰਹੀ ਹੈ, ਸਾਰੀ ਦੁਨੀਆ ਦਾ, ਦੇਸ਼ਾਂ ਦਾ ਧਿਆਨ ਹੈ ਜਿਹੜਾ ਲੋਕਾਂ ਦਾ ਇਹਦੇ ਵੱਲ ਹੀ ਹੈ। ਸਿਹਤ ਨੂੰ ਲੈ ਕੇ ਮਨੁੱਖ ਬੜਾ ਚਿੰਤਤ ਹੈ ਅਤੇ ਇਹ ਜਿਹੜੀਆਂ ਚੁਣੌਤੀਆਂ ਨੇ ਕਰੋਨਾ ਦੀਆਂ, ਇਹਦੇ ਵਿੱਚ ਕਿਹਾ ਜਾ ਰਿਹਾ ਕਿ ਜਿਨ੍ਹਾਂ ਦਾ ਇਮਿਊਨਿਟੀ ਸਿਸਟਮ ਕਮਜ਼ੋਰ ਹੈ, ਮਤਲਬ ਸਾਡਾ ਜਿਹੜਾ ਅੰਦਰੂਨੀ ਢਾਂਚਾ ਹੈ ਸਰੀਰ ਦਾ, ਅਤੇ ਉਹਦੇ ਵਿੱਚ ਕਾਫੀ ਜ਼ਿਆਦਾ ਕਮਜ਼ੋਰੀਆਂ ਕਾਰਨ ਇਹ ਬਿਮਾਰੀ ਛੇਤੀ ਸਾਨੂੰ ਢਾਉਣ ਦੀ ਕੋਸ਼ਿਸ਼ ਕਰਦੀ ਆ, ਅਤੇ ਜਿਹੜੇ ਮਨੁੱਖ ਇਮਿਊਨਿਟੀ ਪੱਖੋਂ ਸਟਰੋਂਗ ਨੇ ਉਹਨਾਂ 'ਤੇ ਘੱਟ ਅਸਰ ਕਰਦੀ ਹੈ। ਕੀ ਕਾਰਨ ਨੇ ਜਿਹਦੇ ਕਰਕੇ ਸਾਨੂੰ ਇਹ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਅਤੇ ਕਿਵੇਂ ਇਹਨਾਂ ਤੋਂ ਬਚਿਆ ਜਾ ਸਕਦਾ ਹੈ? ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਤੁਸੀਂ ਜ਼ਰੂਰ ਚਾਨਣਾ ਪਾਓ। ਸਭ ਤੋਂ ਪਹਿਲਾਂ ਜਿਹੜਾ ਅੱਜ ਕੱਲ੍ਹ ਦਾ ਸਮਾਂ ਚੱਲ ਰਿਹਾ ਹੈ, ਕੋਵਿਡ-19 ਕਰੋਨਾ ਕਾਲ ਚੱਲ ਰਿਹਾ ਹੈ, ਇਹ ਵਾਕਈ ਹੀ ਬਹੁਤ ਹੀ ਆਪਣਾ ਨੈਸ਼ਨਲ ਲੈਵਲ 'ਤੇ, ਇੰਟਰਨੈਸ਼ਨਲ ਲੈਵਲ 'ਤੇ ਇੱਕ ਆਮ ਮਨੁੱਖ ਦੇ ਲਈ ਇੱਕ ਬਹੁਤ ਵੱਡਾ ਸਟਿਗਮਾ ਹੋ ਗਿਆ ਜੀ, ਅਤੇ ਇੱਕ ਮਾਨਸਿਕ ਭੈ ਇਸ ਦਾ ਬਹੁਤ ਜ਼ਿਆਦਾ ਹੈ ਜੀ। ਅਤੇ ਜਿਸ ਤਰ੍ਹਾਂ ਹੀ ਅਸੀਂ ਸਾਰੇ ਆਲਰੇਡੀ ਆਪਣਾ ਜਿੰਨੇ ਵੀ ਸਾਡੇ 8 ਮਹੀਨੇ 9 ਮਹੀਨੇ ਤੋਂ ਇਹ ਚੱਲ ਰਿਹਾ ਹੈ, ਤਾਂ ਅਸੀਂ ਅਵੇਅਰ ਹਾਂ ਇਸ ਦੇ ਪ੍ਰਤੀ। ਪਰ ਜਿਹੜਾ ਮੁੱਖ ਇਹਦੇ ਵਿੱਚ ਰੋਲ ਹੈ ਇਮਿਊਨਿਟੀ ਦਾ, ਕੋਈ ਵੀ ਬੈਕਟੀਰੀਆ ਨੇ, ਵਾਇਰਸ ਨੇ, ਜਾਂ ਹੋਰ ਕਿਸੇ ਵੀ ਪ੍ਰਕਾਰ ਦੀਆਂ ਜੇਕਰ ਇਨਫੈਕਸ਼ਨਸ ਹੋ ਰਹੀਆਂ ਤਾਂ ਹਰ ਇੱਕ ਦੀ ਜਿਹੜੀ ਆਪੋ ਆਪਣੀ ਵਿਅਕਤੀਗਤ ਇਮਿਊਨਿਟੀ ਹੈ ਉਹ ਮਹੱਤਵ ਰੱਖਦੀ ਹੈ। ਸੋ ਆਪਾਂ ਇਮਿਊਨਿਟੀ ਨੂੰ ਮੁੱਖ ਰੱਖਦੇ ਹੋਏ ਇਹ ਦੇਖੀਏ ਕਿ ਸਭ ਤੋਂ ਪਹਿਲਾਂ ਇਮਿਊਨਿਟੀ ਹੈ ਕੀ। ਕੁਦਰਤ ਨੇ ਸਰੀਰ ਬਣਾਇਆ ਹੈ, ਹੁਣ ਇਸ ਸਰੀਰ ਦੇ ਅੰਦਰ ਇਮਿਊਨਿਟੀ ਕਿਸ ਤਰ੍ਹਾਂ ਸਾਡੇ ਅੰਦਰ ਜੋ ਇਹਦਾ ਵਜੂਦ ਕੀ ਹੈ। ਇਮਿਊਨਿਟੀ ਕੋਈ ਖਾਸ ਨਹੀਂ ਹੈ। ਇਹ ਕਿਸੇ ਇਮਿਊਨਿਟੀ ਨੂੰ ਇਹ ਕਹਿ ਲਈਏ ਕਿ ਇੱਕਦਮ ਹੀ ਆਪਾਂ ਦਵਾਈ ਲੈ ਕੇ ਇਮਿਊਨਿਟੀ ਠੀਕ ਕਰ ਲਈਏ, ਇਹ ਸਾਡਾ ਭਰਮ ਹੈ ਜੀ। ਸੋ ਜਿਹੜਾ ਕੁਦਰਤੀ ਤੌਰ 'ਤੇ ਕੁਦਰਤ ਦੀ ਤਾਸੀਰ ਆਪੋ ਆਪਣੀ ਹੈ, ਇਸ ਕੁਦਰਤ ਦਾ ਜਿਹੜਾ ਐਨਵਾਇਰਮੈਂਟ ਹੈ, ਜਿੰਨੇ ਵੀ ਜੀਅ ਨੇ, ਜੰਤ ਨੇ, ਕੁਦਰਤ ਦੀ ਹਰ ਇੱਕ ਸ਼ੈ ਹੈ, ਇਹ 5 ਤੱਤਾਂ ਨਾਲ ਬਣੀ ਹੋਈ ਹੈ। 5 ਤੱਤਾਂ ਤੋਂ ਸਾਡੇ ਆਯੁਰਵੇਦ ਦੇ ਵਿੱਚ ਕਿਹਾ ਗਿਆ ਹੈ ਕਿ ਵਾਤ ਪਿੱਤ ਕਫ 5 ਤੱਤਾਂ ਤੋਂ ਮਿਲ ਕੇ ਬਣਦੀ ਹੈ, ਤਾਂ ਸਾਡਾ ਸਰੀਰ ਬਣਿਆ ਜੀ। ਸੋ ਵਾਤ ਪਿੱਤ ਕਫ ਦਾ ਹਰ ਇੱਕ ਸਰੀਰ ਦੇ ਵਿੱਚ ਇੱਕ ਉਮਰ ਦੀ ਅਵਸਥਾ ਦੇ ਮੁਤਾਬਕ, ਰੁੱਤ ਦੇ ਮੁਤਾਬਕ, ਆਪਣੀ ਜੀਵਨ ਸ਼ੈਲੀ ਦੇ ਮੁਤਾਬਕ ਇਹ ਜਿਹੜੇ ਸਾਡੇ ਵਾਤ ਪਿੱਤ ਕਫ ਨੇ, ਇਹਨਾਂ ਦਾ ਉਤਰਾਅ ਚੜਾਅ ਹੁੰਦਾ ਰਹਿੰਦਾ ਹੈ ਜੀ। ਸੋ ਇਹ ਜਿਹੜਾ ਦੋਸ਼ਾਂ ਦਾ ਉਤਰਾਅ ਚੜਾਅ ਹੈ, ਇਹਨੂੰ ਬੈਲੈਂਸ ਰੱਖਣਾ ਹੈ, ਇਹੀ ਇਮਿਊਨਿਟੀ ਨੂੰ ਮੇਨਟੇਨ ਰੱਖਣ ਦਾ ਸਭ ਤੋਂ ਵੱਡਾ ਜ਼ਰੀਆ ਹੈ। ਸੋ ਦੇਖਿਆ ਜਾਵੇ ਕਿ ਵਾਤ ਪਿੱਤ ਕਫ ਜਿਹੜੀ ਹੈ
ਇਹਦਾ ਰੁਝਾਨ ਹਰ ਇੱਕ ਵਿਅਕਤੀ ਨੂੰ ਨਹੀਂ ਪਤਾ, ਇਹਦੇ ਬਾਰੇ ਜਾਣਕਾਰੀ ਨਹੀਂ ਹੈ। ਹੁਣ ਜਿਹੜਾ ਪੁਰਾਤਨੀ ਸਮਾਂ ਸੀ, ਸਾਡਾ ਜਿਹੜਾ ਆਯੁਰਵੇਦ ਦਾ ਟ੍ਰੈਡੀਸ਼ਨ ਸੀ, ਸਾਡਾ ਵਿਰਸਾ ਸੀ, ਸਾਡਾ ਵੈਦਿਕ ਪਰੰਪਰਾ ਸੀਗੀ, ਉਹਦੇ ਵਿੱਚ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਤਾਸੀਰ ਕੀ ਹੈ। ਤੇ ਹੁਣ ਦੀ ਜਨਰੇਸ਼ਨ ਤਾਸੀਰ ਤੋਂ ਖੁੰਝ ਚੁੱਕੀ ਹੈ, ਤੇ ਜਿਹੜਾ ਮਾਡਰਨ ਸਾਇੰਸ ਹੈ, ਮਾਡਰਨ ਆਸਪੈਕਟ ਹੈਗਾ, ਉਹ ਵੀ ਤਾਸੀਰ ਤੋਂ ਥੋੜ੍ਹਾ ਜਿਹਾ ਉਸ ਪੱਧਤੀ ਦੇ ਵਿੱਚ ਉਹਦੀ ਜਾਣਕਾਰੀ ਨਾ ਹੋਣਾ, ਇਹ ਇਮਿਊਨਿਟੀ ਤੇ ਬਹੁਤ ਵੱਡਾ ਇੱਕ ਇਹ ਕਹਿ ਲਈਏ ਕਿ ਨਿਰਭਰ ਹੋਣ ਦਾ ਕਾਰਨ ਹੈ। ਤੇ ਆਓ ਆਪਾਂ ਇਹ ਸਮਝੀਏ ਕਿ ਵਾਤ ਪਿੱਤ ਕਫ ਸਰੀਰ ਦੇ ਵਿੱਚ ਇਮਿਊਨਿਟੀ ਨੂੰ ਕਿਸ ਤਰ੍ਹਾਂ ਕੰਟਰੋਲ ਕਰਦੇ ਆ ਔਰ ਸਹਾਈ ਹੁੰਦੇ ਆ ਸਾਨੂੰ ਮੇਨਟੇਨ ਕਰਨ ਦੇ ਲਈ। ਸਰੀਰ ਕੁੱਲ ਮਿਲਾ ਕੇ ਦੇਖਿਆ ਜਾਵੇ, ਇਹ ਸਰੀਰਿਕ ਪੱਧਰ, ਮਾਨਸਿਕ ਪੱਧਰ ਅਤੇ ਅਧਿਆਤਮਿਕ ਪੱਧਰ, ਆਯੁਰਵੇਦ ਵਿੱਚ ਇਸ ਨੂੰ ਇਸ ਤਰੀਕੇ ਨਾਲ ਕਿਹਾ ਗਿਆ ਹੈ ਕਿ ਸਮ ਦੋਸ਼ਾਹ ਸਮ ਅਗਨੀ ਸਮ ਧਾਤੂ ਮਲ ਕਿਰਿਆ ਪ੍ਰਸੰਨ ਆਤਮੇਂਦਰੀਯ ਮਨਾ ਸਵਸਥ ਇਤੇ ਵਿਧੇਯਤੇ, ਕਿ ਸਾਡਾ ਜਿਹੜਾ ਫਿਜ਼ੀਕਲ ਸਟਰਕਚਰ ਹੈ, ਸਰੀਰ ਦੀ ਬਣਤਰ ਹੈ, ਵਾਤ ਪਿੱਤ ਕਫ ਤੋਂ ਬਣੀ ਹੈ। ਉਸ ਤੋਂ ਬਾਅਦ ਸਾਡੇ ਜਿਹੜੀ ਮਨ ਦੀ ਬਣਤਰ ਹੈ, ਮਨ ਦੇ ਗੁਣਾਂ ਨਾਲ ਬਣੀ ਹੈ, ਕਿ ਸਾਤਵਿਕ ਹੈ, ਰਾਜਸਵਿਕ ਹੈ, ਕਿ ਤਾਮਸਿਕ ਹੈ। ਤੇ ਉਸ ਤੋਂ ਬਾਅਦ ਜਿਹੜਾ ਸਾਡਾ ਅਧਿਆਤਮਿਕ ਪੱਖ ਹੈ, ਸਰੀਰ ਦੇ ਅੰਦਰ 3 ਪ੍ਰਕਾਰ ਦੇ ਬਲ ਜਿਹੜੇ ਨੇ, ਉਹ ਇਹਦੇ ਪਿੱਛੇ ਦਾ ਸੀਨ ਨੇ। ਹੁਣ ਇਹਨਾਂ ਦੇ ਵਿੱਚ ਤਬਦੀਲੀ ਆ ਗਈ ਜੀਵਨ ਸ਼ੈਲੀ ਹੋਣ ਕਰਕੇ। ਸਾਡੀ ਜਿਹੜੀ ਅਜੋਕੀ ਜੀਵਨ ਸ਼ੈਲੀ ਹੈ, ਇਸ ਦਾ ਜਿਹੜਾ ਕੁਦਰਤ ਦੇ ਵਿੱਚ ਇੱਕ ਬਾਇਓ ਕਲੌਕ ਹੈ, ਦਿਨ ਤੇ ਰਾਤ, ਇਹਨਾਂ ਦੇ ਵਿੱਚ ਜਿਹੜੀ ਸਾਡੀ ਜੀਵਨ ਸ਼ੈਲੀ ਦੇ ਵਿੱਚ ਬਹੁਤ ਡਰਾਸਟਿਕ ਚੇਂਜਸ ਆਈਆਂ ਹੈ, ਉਹ ਇਮਿਊਨਿਟੀ ਦੇ ਨਾਲ ਬਹੁਤ ਡੂੰਘੇ ਰੂਪ ਦੇ ਵਿੱਚ ਜੁੜੀਆਂ ਹੋਈਆਂ ਨੇ ਜੀ। ਜਿਵੇਂ ਆਪਾਂ ਕਹੀਏ ਕਿ ਬਾਇਓ ਕਲੌਕ ਜਿਹੜਾ ਹੈ, ਇਹ ਕਿਸ ਤਰ੍ਹਾਂ ਇਮਿਊਨਿਟੀ ਨਾਲ ਜੁੜਿਆ ਹੋਇਆ ਹੈ। ਇੱਕ ਬੜੀ ਅੱਛੀ ਪੁਰਾਣੀ ਕਹਾਵਤ ਜੁੜੀ ਹੋਈ ਹੈ, ਅਰਲੀ ਟੂ ਬੈਡ ਐਂਡ ਅਰਲੀ ਟੂ ਰਾਈਜ਼। ਰਾਤੀ ਛੇਤੀ ਸੋਣਾ ਤੇ ਸਵੇਰੇ ਛੇਤੀ ਜਾਗਣਾ, ਇਹਦੇ ਪਿੱਛੇ ਦਾ ਜਿਹੜਾ ਸਾਇੰਟੀਫਿਕ ਲੌਜਿਕ ਹੈ, ਉਹ ਆਯੁਰਵੇਦ ਦੇ ਸਿਧਾਂਤਾਂ 'ਚ ਛੁਪਿਆ ਹੋਇਆ ਹੈ। ਕਿਹਾ ਜਾਂਦਾ ਸੀ ਕਿ ਅੰਮ੍ਰਿਤ ਵੇਲੇ ਉੱਠਣਾ, ਬ੍ਰਹਮ ਮੁਹੂਰਤ ਕਾਲ 'ਚ ਉੱਠਣਾ, ਇਹ ਸਾਡਾ ਆਤਮਿਕ ਬਲ ਨੂੰ ਬਣਾਏ ਰੱਖਦਾ ਸੀ, ਤਕੜੇ ਰੱਖਦਾ ਸੀ। ਜਿਸ ਤਰ੍ਹਾਂ ਸਾਡਾ ਆਤਮਿਕ ਬਲ ਜਿਹੜਾ ਬਣਿਆ ਰਹਿੰਦਾ ਸੀ, ਇਹ ਸਾਡੇ ਮਨੋਬਲ ਨੂੰ ਫਿਰ ਬਹੁਤ ਕਾਇਮ ਦਾਇਮ ਰੱਖਦਾ ਸੀ, ਸਾਡੇ ਸਤਵ ਨੂੰ, ਸਾਡੇ ਮਨ ਨੂੰ ਖੁਸ਼ੀ ਖੇੜੇ 'ਚ ਰੱਖਦਾ ਸੀ, ਅਡੋਲਤਾ 'ਚ ਰੱਖਦਾ ਸੀ। ਤੇ ਜਿੰਨਾ ਹੀ ਸਾਡਾ ਮਨ ਸਾਊਂਡ ਰਹਿੰਦਾ ਸੀ ਤੇ ਤਕੜਾ ਰਹਿੰਦਾ ਸੀ, ਮਨੋਬਲ ਤਕੜਾ ਰਹਿੰਦਾ ਸੀ, ਉਹਦੇ ਨਾਲ ਸਾਡਾ ਜਿਹੜਾ ਸਰੀਰਿਕ ਪੱਖ ਨੇ, ਉਹ ਵੀ ਇੱਕ ਸੀਮਤ ਦਾਇਰੇ 'ਚ ਬਹੁਤ ਹੀ ਵਿਵਸਥਿਤ ਤਰੀਕੇ ਨਾਲ ਰਹਿੰਦੇ ਸੀ। ਤੇ ਲੰਬੇ ਸਮੇਂ ਤੋਂ ਇਹ ਸਾਡੀ ਇਮਿਊਨਿਟੀ ਨੂੰ ਇਸ ਤਰੀਕੇ ਦੇ ਨਾਲ ਮੇਨਟੇਨ ਰੱਖਦੇ ਸੀ ਜੀ। ਤੇ ਜਿਹੜਾ ਅੱਜ ਦਾ ਯੁੱਗ ਹੈ, ਇਹਦੇ ਵਿੱਚ ਹਰ ਇੱਕ ਨੂੰ ਕਾਹਲ ਹੈ। ਬਿਲਕੁਲ ਜੀ। ਮਨ ਜਿਹੜਾ ਹੈ ਉਹ ਚੰਚਲਤਾ ਦੇ ਵਿੱਚ ਹੈ, ਟੈਕਨੋਲੋਜੀ ਦੀ ਭਜੋ ਭਾਜ ਦੇ ਵਿੱਚ ਹੈ, ਤੇ ਸਾਡੀ ਜਿਹੜੀ ਜੀਵਨ ਸ਼ੈਲੀ ਹੈ, ਇਹਨੂੰ ਸਿੱਧੇ ਤੌਰ ਤੇ ਜਿਹੜਾ ਸਾਡਾ ਮਨੋਬਲ ਇਹਨੂੰ ਡੇਗ ਦਿੱਤਾ। ਤੇ ਮਨੋਬਲ ਡਿੱਗਣ ਦੇ ਨਾਲ ਸਾਡੇ ਸਰੀਰ ਦੇ ਜਿੰਨੇ ਵੀ ਸਾਈਕੋਸੋਮੈਟਿਕ ਜਿੰਨੇ ਵੀ ਅੰਦਰ ਦੇ ਵਪਾਰ ਸੀ, ਉਹ ਛੇਤੀ ਸਹਿਜੇ ਨਾਲ ਡਿਸਟਰਬ ਹੋਣ ਕਰਕੇ ਸਾਨੂੰ ਲੱਗਦਾ ਹੈ ਕਿ ਸਾਡੀ ਇਮਿਊਨਿਟੀ ਡਿਸਟਰਬ ਹੋ ਗਈ ਹੈ ਜੀ। ਆਯੁਰਵੇਦ ਦਾ ਜਿਹੜਾ ਮੇਨ ਇੱਕ ਸਿਧਾਂਤ ਹੈ, ਪੱਖ ਹੈ, ਇੱਕ ਹਰ ਇੱਕ ਪ੍ਰਾਣੀ ਦੇ ਅੰਦਰ 3 ਆਯੁਰਵੇਦ ਨੇ ਪਿਲਰ ਕਹੇ ਨੇ, 3 ਉਪਸਤੰਭ ਕਹੇ ਨੇ, ਕਿ ਆਹਾਰ, ਨਿਦਰਾ ਤੇ ਬ੍ਰਹਮਚਰਿਆ। ਜੀ। ਵਾਸਤਵਿਕ ਦੇ ਵਿੱਚ ਇਮਿਊਨਿਟੀ ਦੇ ਮੇਨ ਪਿਲਰ ਨੇ। ਆਹਾਰ ਜਿਹੜਾ ਹੈ, ਉਹ ਹਰ ਇੱਕ ਸਰੀਰ ਦੀ ਤਸੀਰ ਦੇ ਮੁਤਾਬਕ, ਉਮਰ ਦੇ ਮੁਤਾਬਕ, ਰੁੱਤ ਦੇ ਮੁਤਾਬਕ, ਹਰ ਇੱਕ ਸਰੀਰਿਕ ਪ੍ਰਾਣੀ ਦੀ ਆਪੋ ਆਪਣੀ ਜਿਹੜੀ ਇੱਕ ਜਠਰਾਗਨੀ ਸੀ, ਅਗਨੀ ਬਲ ਸੀ, ਉਹਦੇ ਮੁਤਾਬਕ ਜੀ। ਅਗਰ ਅਸੀਂ ਇਸ ਨੂੰ ਆਪਣੀ ਜੀਵਨ ਸ਼ੈਲੀ 'ਚ ਰੱਖਦੇ ਹਾਂ, ਤਾਂ ਸਾਨੂੰ ਇਮਿਊਨਿਟੀ ਦੇ ਪਿੱਛੇ ਭੱਜਣ ਦੀ ਜ਼ਰੂਰਤ ਨਹੀਂ ਹੈ। ਬਿਲਕੁਲ ਜੀ ਡਾਕਟਰ ਸਾਹਿਬ। ਬੰਦਾ ਸਹਿਜੇ ਨਾਲ ਹੀ ਉਹ ਜਿਹੜਾ ਹੈ ਉਹ ਤੰਦਰੁਸਤ ਰਹੇਗਾ। ਉਹਦੀ ਆਪਣੀ ਇਮਿਊਨਿਟੀ, ਉਹਦਾ ਪ੍ਰਾਣ, ਉਹਦਾ ਓਜ ਤੇ ਉਹਦਾ ਤੇਜ
ਇਹੀ ਇਮਿਊਨਿਟੀ ਨੇ। ਜੀ ਸੋ ਇਹਨਾਂ ਤਰੀਕਿਆਂ ਨੂੰ ਇਹ ਆਮ ਇੱਕ ਮਨੁੱਖ ਦੇ ਲਈ ਸਮਝਣ ਲਈ ਬਹੁਤ ਵੱਡਾ ਇੱਕ ਅਰਸਾ ਚਾਹੀਦਾ ਇਸ ਨੂੰ। ਪਹਿਲੇ ਪੁਰਾਣੇ ਬਜ਼ੁਰਗਾਂ ਦੇ ਵਿੱਚ ਤਾਂ ਕੀ ਹੁੰਦਾ ਸੀ ਕਿ ਜਿਹੜੀ ਸਾਡੀ ਪਿਤਾ ਪੁਰਖੀ ਇਹ ਗੁਣਾਂ ਦਾ ਆਦਾਨ ਪ੍ਰਦਾਨ ਸੀ, ਚੱਲਦਾ ਰਹਿੰਦਾ ਸੀ। ਜੀ ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਇਹ ਆਪਣੇ ਬਜ਼ੁਰਗਾਂ ਨਾਲ ਨਹੀਂ ਬੈਠਦੀ, ਸੁਲਝੇ ਹੋਏ, ਜਿਨ੍ਹਾਂ ਨੂੰ ਤਸੀਰਾਂ ਦਾ ਗਿਆਨ ਸੀ, ਬਿਲਕੁਲ ਜੀ, ਰੁੱਤਾਂ ਦਾ ਗਿਆਨ ਸੀ, ਖਾਣ ਪੀਣ ਦਾ ਗਿਆਨ ਸੀ। ਤੇ ਇਸ ਕਰਕੇ ਅੱਜ ਦਾ ਬੰਦਾ ਹਰ ਇੱਕ ਇਹੀ ਹੈ ਕਿ ਵੀ ਹੁਣ ਇਮਿਊਨਿਟੀ ਕਿੱਥੋਂ ਲੈ ਕੇ ਆਈਏ। ਜੀ ਸੋ ਇਮਿਊਨਿਟੀ ਦਾ ਪਹਿਲੂ ਇਹੀ ਹੈ ਕਿ ਅਸੀਂ ਆਪਣੀ ਜੀਵਨ ਸ਼ੈਲੀ ਨੂੰ, ਲਾਈਫ ਸਟਾਈਲ ਨੂੰ ਇੱਕ ਕੁਦਰਤ ਦੇ ਨਾਲ, ਇੱਕ ਉਹਦੇ ਸੁਮੇਲ 'ਚ ਰਹਿ ਕੇ ਅਸੀਂ ਜੀਵਨ ਜੀਏ, ਤਾਂ ਸਾਨੂੰ ਲੱਗਦਾ ਨਹੀਂ ਹੈ ਕਿ ਇਮਿਊਨਿਟੀ ਦੇ ਲਈ ਹੋਰ ਬਹੁਤ ਕੁਝ ਕੰਮ ਕਰਨਾ ਹੈ ਸਾਡੇ ਲਈ। ਜੀ ਡਾਕਟਰ ਸਾਹਿਬ ਜਿਹੜੀ ਆਯੁਰਵੇਦ ਨੇ, ਜੀ ਜੀ ਆਯੁਰਵੇਦ ਦੇ ਵਿੱਚ ਇੱਕ ਮੇਨ ਜਿਹੜਾ ਸਾਡਾ ਮੋਟਿਵ ਹੈ ਨਾ, ਏਮ ਹੈ ਆਯੁਰਵੇਦਾ ਦਾ, ਸਵਸਥਸਯ ਸਵਸਥ ਰਕਸ਼ਣਮ ਆਤੁਰਸਯ ਵਿਕਾਰਾ ਪ੍ਰਸ਼ਮਨਸਯ। ਜੀ ਇਸ ਪਰੰਪਰਾ ਦੇ ਵਿੱਚ ਇਹ ਆਉਂਦਾ ਹੈ ਕਿ ਹਰ ਇੱਕ ਵਿਅਕਤੀ ਨੂੰ ਆਪਣੇ ਆਪ ਨੂੰ ਹੈਲਦੀ ਕਿਸ ਤਰ੍ਹਾਂ ਰੱਖਣਾ ਹੈ, ਸਿਹਤਯਾਬ, ਸਿਹਤਮੰਦ ਕਿਵੇਂ ਰੱਖਣਾ ਹੈ। ਜੀ ਉਹਨਾਂ ਸਿਹਤ ਨੂੰ ਮੇਨਟੇਨ ਰੱਖਣ ਵਾਸਤੇ ਕਿਹੜੇ ਕਿਹੜੇ ਤੌਰ ਤਰੀਕੇ ਨੇ। ਜੀਵਨ ਸ਼ੈਲੀ ਦੇ ਅੰਦਰ ਆਹਾਰ, ਸਾਡਾ ਵਿਹਾਰ, ਸਾਡਾ ਆਚਾਰ, ਇਹ ਜਿਹੜੇ ਨੇ ਪਹਿਲੂ, ਇਹਨਾਂ ਨੂੰ ਜਾਣਨਾ ਅੱਜ ਦੀ ਜਨਰੇਸ਼ਨ ਦੇ ਲਈ ਨਿਹਾਇਤ ਹੀ ਜ਼ਰੂਰੀ ਹੈ। ਜੀ ਸੋ ਜਦੋਂ ਅਸੀਂ ਇਹ ਸਮਝ ਲਾਂ ਕਿ ਸਾਡਾ ਜਿਹੜਾ ਆਹਾਰ, ਵਿਹਾਰ, ਆਚਾਰ ਜਦੋਂ ਸਾਡੇ ਜੀਵਨ ਦੀ ਨਿੱਜੀ ਲਾਈਫ ਦੇ ਵਿੱਚ, ਸਾਡੀ ਹਰ ਇੱਕ ਪ੍ਰਕਿਰਿਆ ਦੇ ਵਿੱਚ ਇਹ ਆ ਜਾਣਗੇ, ਤਾਂ ਸਾਡਾ ਜਿਹੜਾ ਹੈਲਥ ਦਾ ਨਾਲ ਸਹਿਚਾਰ ਹੈ ਉਹਦੇ ਉੱਤੇ ਜ਼ਿਆਦਾ ਉੱਦਮ ਦੀ ਜ਼ਰੂਰਤ ਨਹੀਂ ਪਏਗੀ। ਤੇ ਹੁਣ ਅੱਜ ਕੱਲ੍ਹ ਦੀ ਜਿਹੜੀ ਸਾਡੀ ਬਿਰਤੀ ਹੈ ਉਹ ਐਕਸਟਰੋਵਰਟ ਹੋ ਗਈ ਹੈ, ਸਿਹਤ ਨਾਲੋਂ ਟੁੱਟ ਗਈ ਹੈ, ਕੁਦਰਤ ਦੇ ਸੋਮਿਆਂ ਨਾਲੋਂ ਟੁੱਟ ਗਈ ਹੈ। ਇਸ ਕਰਕੇ ਸਾਨੂੰ ਇੰਨੇ ਸਾਰੇ ਉਪਰਾਲੇ ਕਰਨੇ ਪੈ ਰਹੇ ਨੇ। ਤੇ ਅਗਰ ਅਸੀਂ ਸਾਡੇ ਸ਼ਾਸਤਰਾਂ 'ਚ ਕਹੇ ਹੋਏ ਨਿਯਮਾਂ ਨੂੰ ਮੰਨਦੇ ਹਾਂ, ਦਿਨਚਰਿਆ, ਰਾਤਰੀ ਚਰਿਆ ਤੇ ਰਿਤੂ ਚਰਿਆ, ਇਹ ਤਸੀਰਾਂ ਦੇ ਮੁਤਾਬਕ ਹੈ। ਕਈ ਸਾਰੇ ਜਿਹੜੇ ਰੋਗ ਨੇ ਸੁਭਾਵਿਕ ਤੌਰ ਤੇ ਹੀ ਇੱਕ ਰੁੱਤ ਦੇ ਵਿੱਚ ਪੈਦਾ ਹੁੰਦੇ ਆ, ਕੁਝ ਦੋਸ਼ ਵੱਧ ਜਾਂਦੇ ਆ, ਅਗਲੀ ਰੁੱਤ ਦੇ ਵਿੱਚ ਸਹਿਜੇ ਨਾਲ ਆਪਣੇ ਆਪ ਹੀ ਉਹ ਸ਼ਾਂਤ ਹੋ ਜਾਂਦੇ ਨੇ। ਇਹ ਕੁਦਰਤ ਦਾ ਸਿਧਾਂਤ ਹੈ। ਸੋ ਇਹਨਾਂ ਦੀ ਜਾਣਕਾਰੀ ਸਾਨੂੰ ਲੈਣੀ ਬਣਦੀ ਹੈ। ਸੋ ਅਸੀਂ ਆਪਣੇ ਜੀਵਨ ਦੇ ਵਿੱਚ ਉਪਰਾਲਾ ਕਰੀਏ ਕਿ ਆਪਣੇ ਵੱਡੇ ਬਜ਼ੁਰਗਾਂ ਨਾਲ ਬਹਿ ਕੇ ਤਸੀਰ ਨੂੰ ਸਮਝੀਏ, ਖਾਣ ਪੀਣ ਦੀਆਂ ਚੀਜ਼ਾਂ ਨੂੰ ਸਮਝੀਏ। ਅਗਰ ਸਾਨੂੰ ਉਹ ਚੀਜ਼ਾਂ ਆਪਣੇ ਬਜ਼ੁਰਗਾਂ ਦੇ ਵਿੱਚ ਵਿਰਸੇ 'ਚ ਨਹੀਂ ਮਿਲਦੀਆਂ, ਤਾਂ ਸਾਨੂੰ ਬਹੁਤ ਹੀ ਅੱਛੇ ਸੁਲਝੇ ਹੋਏ ਜਿਹੜੇ ਸਾਡੇ ਆਯੁਰਵੇਦਾਚਾਰਿਆ ਨੇ, ਆਯੁਰਵੈਦਿਕ ਫਿਜ਼ੀਸ਼ੀਅਨਸ ਨੇ, ਜਾਂ ਰਜਿਸਟਰਡ ਜਿਹੜੇ ਸਾਡੇ ਅੱਛੇ ਬਹੁਤ ਪ੍ਰੈਕਟੀਸ਼ਨਰ ਨੇ, ਸਾਨੂੰ ਉਹਨਾਂ ਕੋਲ ਜਾ ਕੇ ਇਹਨਾਂ ਚੀਜ਼ਾਂ ਦਾ ਗਿਆਨ, ਰੁੱਤਾਂ ਦੇ ਪ੍ਰਤੀ, ਤਸੀਰ ਦੇ ਪ੍ਰਤੀ, ਔਰ ਆਪਣੀ ਜਿਹੜੀ ਨਿੱਜੀ ਪ੍ਰਕਿਰਤੀ ਹੈ, ਆਪਣੀ ਜਿਹੜੀ ਆਪਣੀ ਬੇਸਿਕ ਕੌਨਸਟੀਟਿਊਸ਼ਨ ਆ, ਸਾਨੂੰ ਸਮਝਣਾ ਜ਼ਰੂਰੀ ਹੈ। ਜਦੋਂ ਅਸੀਂ ਇਹ ਸਮਝ ਲਵਾਂਗੇ ਤੇ ਸਾਨੂੰ ਆਪਣਾ ਜਿਹੜਾ ਖਾਣਾ ਪੀਣਾ ਹੈ ਉਹਨਾਂ ਦੀ ਤਸੀਰਾਂ ਦਾ ਗਿਆਨ ਵੀ ਸਹਿਜੇ ਨਾਲ ਹੋਣਾ ਸ਼ੁਰੂ ਹੋ ਜਾਏਗਾ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਬੜੇ ਸੋਹਣੇ ਢੰਗ ਨਾਲ ਸਾਡੇ ਦਰਸ਼ਕਾਂ ਨੂੰ ਚਾਨਣਾ ਪਾ ਰਹੇ ਹੋ। ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਆ, ਨਵੀਂ ਪੀੜ੍ਹੀ ਹੈ, ਇਹ ਤਾਂ ਬਜ਼ੁਰਗਾਂ ਕੋਲੇ ਬੈਠਣ ਦਾ ਸਮਾਂ ਇਹਨਾਂ ਦੇ ਕੋਲੇ, ਸਾਡੇ ਕੋਲੇ, ਸਾਰਿਆਂ ਕੋਲੇ ਬਹੁਤ ਘੱਟ ਅਸੀਂ ਬਹਾਨਾ ਕੱਢ ਕੇ ਰੱਖਦੇ ਹਾਂ। ਅਤੇ ਜੇ ਬਜ਼ੁਰਗਾਂ ਕੋਲੇ ਬੈਠ ਕੇ ਇਹਨੇ ਅਣਮੁੱਲੇ ਜਿਹੜੇ ਸਾਡੀ ਵਿਰਾਸਤ ਹੈ, ਸਾਡਾ ਖਾਣਾ ਪੀਣਾ ਪੁਰਾਣੇ ਜ਼ਮਾਨੇ ਦੇ ਵਿੱਚ ਕਿਸ ਤਰ੍ਹਾਂ ਹੁੰਦਾ ਸੀ, ਜਿੱਦਾਂ ਸਿਆਣੇ ਕਹਿੰਦੇ ਆ ਕਿ ਬਜ਼ੁਰਗਾਂ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਮੈਂ ਤਾਂ 2-2 ਕਿਲੋ ਘਿਓ ਤਾਂ ਅਸੀਂ ਊਂ ਹੀ ਖਾ ਜਾਂਦੇ ਸੀ। ਅਤੇ ਮਤਲਬ ਉਹਨਾਂ ਹੁਣ ਜੇ ਕਿਸੇ ਨੂੰ ਘਿਓ ਖਵਾਉਣਾ ਹੋਵੇ ਤਾਂ ਪਹਿਲਾਂ ਹੀ ਡਰ ਜਾਂਦਾ ਹੈ, ਕਿਉਂਕਿ ਐਕਸਰਸਾਈਜ਼ ਹੈ ਨਹੀਂ। ਪਹਿਲਾਂ ਉਹਨਾਂ ਕੰਮ ਵੀ ਹੁੰਦੇ ਸੀ, ਸਰੀਰ ਨੂੰ ਉਸ ਤਰੀਕੇ ਦੀ ਥਕਾਵਟ ਵੀ ਦੇਣੀ ਪੈਂਦੀ ਸੀ। ਅਤੇ ਹੁਣ ਤਾਂ ਸਰੀਰ ਨੂੰ ਕਸ਼ਟ ਦੇਣ ਦੀ ਬਜਾਏ ਅਸੀਂ ਮਸ਼ੀਨੀ ਯੁੱਗ ਦੇ ਵਿੱਚ ਚਲੇ ਗਏ ਹਾਂ। ਅਤੇ ਇਸੇ ਕਰਕੇ ਇਹ ਬਿਮਾਰੀਆਂ ਦਾ, ਤੁਹਾਡੇ ਕਹਿਣ ਮੁਤਾਬਕ, ਸਾਨੂੰ ਸਾਡੀ ਜਿਹੜੀ ਸਮਰੱਥਾ ਹੈ ਸਰੀਰ ਦੀ ਉਹ ਘਟ ਰਹੀ ਹੈ। ਅਤੇ ਤੁਸੀਂ ਜਿਵੇਂ ਕਿ ਦੱਸਿਆ ਕਿ ਸਰੀਰ ਹੈ ਕੀ, ਇਹਦੇ ਬਾਰੇ ਤੁਸੀਂ ਬੜਾ ਸਪਸ਼ਟ ਚਾਨਣਾ ਪਾਇਆ ਹੈ। ਅਤੇ ਕਿਸ ਤਰ੍ਹਾਂ ਦਾ ਜਿਹੜਾ ਭੋਜਨ ਹੈ, ਕਿਉਂਕਿ ਸਵੇਰੇ ਉੱਠਦੇ ਸਾਰ ਜਦੋਂ ਅਸੀਂ ਪਹਿਲਾਂ ਚਾਹ ਦਾ ਪਿਆਲਾ ਧਰ ਲੈਂਦੇ ਹਾਂ, ਚਾਹ ਤੋਂ ਬਿਨਾਂ ਤਾਂ ਸਾਨੂੰ ਮਤਲਬ ਅੱਖ ਸਾਡੀ ਖੁੱਲ੍ਹਦੀ ਨਹੀਂ। ਫਿਰ ਉਸ ਤੋਂ ਸਾਡਾ ਜਿਹੜਾ ਖਾਣ ਪਾਣ ਦਾ ਸਿਸਟਮ ਹੈ ਉਹ ਜਿਹੜਾ ਸਾਡਾ ਟਰੈਡੀਸ਼ਨ ਫੂਡ ਸੀਗਾ ਉਹ ਤੋਂ ਹਟ ਕੇ ਅਸੀਂ ਤਾਂ ਫਾਸਟ ਫੂਡ ਵਾਲੇ ਪਾਸੇ ਨੂੰ ਵੱਧਦੇ ਜਾਂਦੇ ਹਾਂ। ਕੀ ਤੁਸੀਂ ਸੁਝਾਅ ਦੇਣਾ ਚਾਹੋਗੇ ਜਿਹੜਾ ਨਾਲ ਕਿ ਮਨੁੱਖ ਦੀ ਜੀਵਨ ਸ਼ੈਲੀ ਦੇ ਵਿੱਚ
ਦਰਸ਼ਕ ਨੂੰ ਅਪਣਾ ਸਕਣ, ਕਿਸ ਤਰ੍ਹਾਂ ਦਾ ਤੁਸੀਂ ਜ਼ਰੂਰ ਚਾਨਣਾ ਪਾਓ ਜੀ। ਇਹ ਬਹੁਤ ਅੱਛੀ ਗੱਲ ਹੈ ਜੀ। ਆਪ ਜੀ ਨੇ ਬੜੇ ਇੱਕ ਬਹੁਤ ਹੀ ਅਹਿਮ ਇਹ ਪ੍ਰਸ਼ਨ ਬਣ ਜਾਂਦਾ ਹੈ ਕਿ ਸਾਡੀ ਜੀਵਨ ਸ਼ੈਲੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਸਾਡੇ ਜਿਹੜਾ ਖਾਣ ਪੀਣ ਦਾ ਤਰੀਕਾ ਹੈ, ਇੱਕ ਸਲੀਕਾ ਹੈ, ਤੇ ਉਹਨੂੰ ਅਸੀਂ ਕਿਸ ਤਰ੍ਹਾਂ ਅਡਾਪਟ ਕਰੀਏ ਤੇ ਕਿਸ ਤਰ੍ਹਾਂ ਜਾਣੀਏ। ਸਿਆਣਿਆਂ ਨੇ ਇੱਕ ਬਹੁਤ ਹੀ, ਆਪਾਂ ਅੱਜ ਲੇਮਨ ਲੈਂਗੁਏਜ ਗੱਲ ਕਰ ਰਹੇ ਹਾਂ ਕਿਉਂਕਿ ਜਿਹੜੇ ਸਾਡੇ ਦਰਸ਼ਕ ਨੇ, ਚਾਹੇ ਉਹ ਟੈਕਨੀਕਲ ਫੀਲਡ ਦੇ ਨਾਲ, ਸਾਡੀ ਮੈਡੀਕਲ ਫੀਲਡ ਨਾਲ ਸੰਬੰਧਿਤ ਨੇ, ਜਾਂ ਫਿਰ ਅਲੱਗ-ਅਲੱਗ ਵਿਸ਼ੇ ਜਿਹੜੇ ਉਹਨਾਂ ਦੇ ਸਟਰੀਮਸ ਹੈਗੇ ਉਹਨਾਂ ਨਾਲ ਸੰਬੰਧਿਤ ਹੈ, ਤਾਂ ਲੇਕਿਨ ਭੋਜਨ ਤਾਂ ਹਰ ਇੱਕ ਦੇ ਅੰਦਰ ਜਾਂਦਾ ਹੈ। ਚਾਹੇ ਕੋਈ ਡਾਕਟਰ ਹੈ, ਚਾਹੇ ਕੋਈ ਇੰਜੀਨੀਅਰ ਹੈ, ਚਾਹੇ ਕੋਈ ਸਾਇੰਟਿਸਟ ਹੈ, ਜਾਂ ਸਾਡਾ ਇੱਕ ਲੇਮੈਨ ਹੈ, ਸਾਰਿਆਂ ਦਾ ਸਰੀਰ 5 ਤੱਤਾਂ ਦਾ ਪੁਤਲਾ ਹੈ। ਵਾਤ ਪਿੱਤ ਕਫ ਹਰ ਇੱਕ ਦੇ ਅੰਦਰ ਹੈ। ਸਾਰੇ ਇੱਕੋ ਰੁੱਤ ਦੇ ਵਿੱਚ ਰਹਿੰਦੇ ਨੇ। ਤੇ ਲੇਕਿਨ ਸਿਆਣਿਆਂ ਨੇ ਕਿਹਾ ਸੀ, ਮਾਂ ਕਿਸੇ ਨੂੰ ਬਾਦੀ ਤੇ ਕਿਸੇ ਨੂੰ ਸਵਾਦੀ। ਇਹਦਾ ਮਤਲਬ ਕੀ ਸੀ? ਆਯੁਰਵੇਦ ਦੀ ਸਾਇੰਸ ਹੈ ਜਿਹੜੀ, ਇਹ ਬਹੁਤ ਹੀ ਸਾਇੰਟੀਫਿਕ ਹੈ ਔਰ ਬਹੁਤ ਹੀ ਪ੍ਰੈਕਟੀਕਲ ਹੈ, ਕਿਉਂਕਿ ਸਰੀਰ ਦਾ ਸਿੱਧਾ ਸੰਬੰਧ ਰੁੱਤ ਦੇ ਨਾਲ, ਦਿਨ ਦੇ ਪਹਿਲੇ ਪਹਿਰ ਦੇ ਨਾਲ, ਦੂਜੇ ਪਹਿਰ ਨਾਲ, ਤੀਜੇ ਪਹਿਰ ਦੇ ਨਾਲ, ਤੇ ਇਸ ਤਰ੍ਹਾਂ ਹੀ ਰਾਤ ਦੇ ਜਿਹੜਾ ਪਹਿਲਾ ਪਹਿਰ ਹੈ, ਦੂਜਾ ਪਹਿਰ ਹੈ ਤੇ ਅਖੀਰੀ ਪਹਿਰ ਹੈ, ਇਹਨਾਂ ਨਾਲ ਜੁੜਿਆ ਹੋਇਆ ਹੈ ਜੀ। ਸੋ ਐਸੀ ਤਰ੍ਹਾਂ ਹੀ ਇੱਕ ਜਿਹੜਾ ਬੱਚਾ ਹੈ, ਬਾਲਪਨ ਹੈ, ਬਾਲ ਅਵਸਥਾ ਹੈ, ਇੱਕ ਟੀਨੇਜ ਹੈ, ਉਸ ਤੋਂ ਬਾਅਦ ਪ੍ਰੌੜ ਅਵਸਥਾ ਆ ਜਾਂਦੀ ਹੈ, ਵਿਰਧ ਅਵਸਥਾ ਆ ਜਾਂਦੀ ਹੈ। ਤਾਂ ਸਾਰਿਆਂ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਆਪਣੀ ਅਵਸਥਾ ਦੇ ਮੁਤਾਬਕ ਸਰੀਰ ਦੇ ਵਿੱਚ ਜਿਹੜੇ ਵਾਤ ਪਿੱਤ ਕਫ ਹੈ, ਇਹਨਾਂ ਦਾ ਵਾਧਾ ਘਾਟਾ ਜਿਹੜਾ ਹੁੰਦਾ ਹੈ, ਅਸੀਂ ਉਸ ਨੂੰ ਸਮਝਣਾ ਹੈ। ਔਰ ਜਿਹੜੇ ਅਲੱਗ ਹੋ ਕੇ ਚੱਲੀਏ ਕਿ ਜਿਹੜੇ ਕੰਮ ਕਰਨ ਵਾਲੇ ਕਾਮੇ ਲੋਕ ਨੇ, ਉਹਨਾਂ 'ਚ ਸਪੋਰਟਸਮੈਨ ਨੇ, ਰੈਸਲਰਸ ਆ ਗਏ ਨੇ, ਪਲੇਅਰਸ ਆ ਗਏ ਨੇ, ਜਾਂ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਨੇ, ਜਿਨ੍ਹਾਂ ਦਾ ਫਿਜ਼ੀਕਲ ਐਕਟੀਵਿਟੀ ਬਹੁਤ ਵਧੀਆ ਹੈ, ਉਹਨਾਂ ਦਾ ਭੋਜਨ ਅਲੱਗ ਹੈ, ਕਿਉਂਕਿ ਉਹਨਾਂ ਦੀ ਜਿਹੜੀ ਡਾਈਜੈਸਟੀਫਾਇਰ ਹੈ ਔਰ ਉਹਨਾਂ ਦਾ ਮੈਟਾਬੋਲਿਕ ਸਿਸਟਮ ਹੈ, ਉਹਦੇ ਮੁਤਾਬਕ ਉਹ ਆਪਣੀ ਖੁਰਾਕ ਨੂੰ ਸਮਝਣਾ। ਉਸ ਤੋਂ ਹਟ ਕੇ ਜਿਹੜੇ ਕਿਸੇ ਇੱਕ ਕੈਬਨ 'ਚ ਬੈਠ ਕੇ, ਇੱਕ ਚੇਅਰ 'ਤੇ ਬੈਠ ਕੇ, ਜਿਨ੍ਹਾਂ ਦਾ ਸੈਡੈਂਟਰੀ ਲਾਈਫ ਸਟਾਈਲ ਹੈ, ਉਹਨਾਂ ਦਾ ਭੋਜਨ ਜਿਹੜਾ ਹੈ, ਉਹਦੀ ਅਵਸਥਾ, ਉਹਦੀ ਵਿਵਸਥਾ ਉਸ ਦੇ ਮੁਤਾਬਕ ਹੋਣੀ ਚਾਹੀਦੀ ਹੈ। ਸੋ ਅਸੀਂ ਸ਼ੁਰੂ ਕਰੀਏ, ਗੱਲ ਇਹ ਕਰਦੇ ਹਾਂ ਕਿ ਦਿਨ ਅਤੇ ਰਾਤ ਦੇ ਵਿੱਚ ਜਿਹੜੀ ਸਾਡੀ ਬਾਡੀ ਦੀ ਇੱਕ ਡਾਈਜੈਸਟੀਫਾਇਰ ਹੈ, ਜਿਸ ਨੂੰ ਆਯੁਰਵੇਦ 'ਚ ਕਿਹਾ ਗਿਆ ਕਿ ਜਠਰਾਗਨੀ ਹੈ। ਜਦੋਂ ਕਿਸੇ ਦੀ ਜਠਰਾਗਨੀ ਬਹੁਤ ਅੱਛੀ ਹੈ, ਪ੍ਰਦੀਪਤ ਹੈ, ਤੇ ਉਹ ਅਗਰ ਭੋਜਨ ਕਰਦਾ ਹੈ ਪ੍ਰੋਪਰ, ਤੇ ਉਹਦਾ ਪ੍ਰੋਪਰ ਪਾਚਨ ਹੋ ਜਾਂਦਾ ਹੈ ਜੀ। ਤਾਂ ਲੰਬੇ ਅਰਸੇ ਤੱਕ ਇਸ ਚੀਜ਼ ਨੂੰ ਅਸੀਂ ਜੇ ਮੇਨਟੇਨ ਕਰ ਲੈਂਦੇ ਹਾਂ, ਤਾਂ ਇਹ ਸਾਡੇ ਸਰੀਰ ਦੀ ਆਪਣੀ ਇਮਿਊਨਿਟੀ ਹੈ। ਇਸ ਤੋਂ ਅੱਗੇ ਗੱਲ ਕਰੀਏ ਕਿ ਇੱਕ ਜਠਰਾਗਨੀ ਤੋਂ ਅੱਗੇ ਸਾਡੀ ਇੱਕ ਧਾਤਵਾਗਨੀ ਹੈ। ਸਾਡੇ ਸਰੀਰ ਦੇ ਰਸ, ਰਕਤ, ਮਾਸ, ਮੇਦ, ਅਸਥੀ, ਮੱਜਾ, ਸ਼ੁਕਰ, ਇਹ ਸਾਡੀਆਂ 7 ਧਾਤੂਆਂ ਹੈ। ਉਸ ਤੋਂ ਬਾਅਦ ਸਾਡੀਆਂ ਧਾਤੂਆਂ ਦੇ ਵਿੱਚ ਜਿਹੜਾ ਪਾਚਨ ਹੈ, ਆਪਣੇ ਆਪਣੇ ਸਿਸਟਮ ਦਾ ਪਾਚਨ ਹੈ, ਉਹ ਵੀ ਜਦੋਂ ਦਰੁਸਤ ਰਹਿੰਦਾ ਹੈ। ਉਸ ਤੋਂ ਅੱਗੇ ਸਾਡਾ ਫਿਰ ਭੂਤ ਆਗਨੀਆਂ ਨੇ, ਜਿਹੜਾ ਸਾਡਾ ਐਲੀਮੈਂਟਲ ਐਸਪੈਕਟ ਹੈ, ਮਾਈਕਰੋ ਸੈਲੂਲਰ ਲੈਵਲ ਤੇ ਜਿਹੜੀ ਸਾਡੀ ਭੋਜਨ ਦੀ ਪਾਚਨ ਦੀ ਕਿਰਿਆ ਹੈ, ਅਗਰ ਉਹ ਵੀ ਬਿਲਕੁਲ ਕਰੈਕਟ ਰਹਿੰਦੀ ਹੈ, ਜੀ, ਇਹ ਸਾਡੇ ਜਿਹੜੇ 13 ਪ੍ਰਕਾਰ ਦੀ ਡਾਈਜੈਸ਼ਨ ਦੇ ਪਾਰਟ ਨੇ। ਡਾਈਜੈਸਟੀਫਾਇਰ ਅਗਨੀ ਸਾਡੀ 13 ਪ੍ਰਕਾਰ ਦੀ ਹੈ ਸਰੀਰ 'ਚ। ਤੋਂ ਇੰਨੇ ਸੂਖਸ਼ਮ ਲੈਵਲ ਤੇ ਜਾ ਕੇ ਜਦੋਂ ਸਾਡੀ ਜਠਰਾਗਨੀ, ਸਾਡੀ 7 ਤਰ੍ਹਾਂ ਦੀਆਂ ਧਾਤਵਾਗਨੀਆਂ ਤੇ 5 ਤਰ੍ਹਾਂ ਦੀਆਂ ਭੂਤਾਗਨੀਆਂ, ਅਗਰ ਉਹ ਸਾਰੀਆਂ ਤੰਦਰੁਸਤ ਆਪਣੇ ਆਪਣੇ ਇੱਕ ਸਮੀਕਰਨ ਦੇ ਵਿੱਚ ਰਹਿੰਦੀਆਂ, ਸਮ ਅਵਸਥਾ 'ਚ ਰਹਿੰਦੀਆਂ, ਤੇ ਹਰ ਇੱਕ ਵਿਅਕਤੀ ਦੀ ਆਪਣੀ ਇਹ ਇੱਕ ਇਮਿਊਨਿਟੀ ਹੈ। ਤੇ ਅਗਰ ਇਹ ਬੰਦਾ ਕੋਈ ਸਮਝ ਲੇ, ਇਸ ਨੂੰ ਸਾਰੀ ਉਮਰ ਮੇਨਟੇਨ ਰੱਖੇ, ਤਾਂ ਕਲਯੁਗ ਦਾ ਸਮਾਂ ਕਿਹਾ ਗਿਆ ਸੀ ਕਿ 100 ਸਾਲ ਦੀ ਉਮਰ ਲੈ ਕੇ ਬੰਦਾ ਆਇਆ, ਤੇ ਉਹ ਆਪਣੀ ਉਮਰ ਨੂੰ ਪੂਰੇ ਤਰੀਕੇ ਨਾਲ ਪੂਰੀ ਉਮਰ ਭੋਗ ਕੇ ਜਾਏਗਾ ਜੀ। ਪੁਰਾਣੇ ਸਮਿਆਂ ਦੇ ਵਿੱਚ ਇੱਕ ਗੱਲ ਅਸੀਂ ਸੁਣਦੇ ਹਾਂ ਕਿ ਸਵੇਰੇ ਹਾਜ਼ਰੀ ਕਰਨਾ, ਸਵਖਤੇ ਕੰਮਾਂ ਕਾਰਾਂ ਨੂੰ ਨਿਕਲਦੇ ਸੀ ਸਾਰੇ, ਸੂਰਜ ਚੜ੍ਹਨ ਦੇ ਨਾਲ ਖੇਤਾਂ ਨੂੰ ਜਾਣੇ ਵਾਲੇ ਖੇਤ ਜਾਂਦੇ ਸੀ, ਕੰਮਾਂ ਕਰਨੇ ਵਾਲੇ ਹੋ ਜਾਂਦੇ ਸੀ।
ਵਪਾਰੀ ਲੋਕ ਆਪਣਾ ਵਪਾਰ ਕਰਦੇ ਸੀ, ਉਹ ਸਵਖਤੇ ਭੋਜਨ ਕਰਨ ਦਾ ਵਿਧਾਨ ਸੀ ਉਹਨਾਂ ਦਾ। ਉਹਦੇ ਪਿੱਛੇ ਵੀ ਕਾਰਨ ਸੀ ਕਿ ਜਦੋਂ ਸਵੇਰੇ ਉੱਠ ਕੇ ਕਿਸੇ ਨੇ ਆਪਣਾ ਅੰਮ੍ਰਿਤ ਵੇਲੇ ਉੱਠ ਕੇ ਬ੍ਰਹਮ ਮੁਹੂਰਤ ਕਾਲ 'ਚ ਉੱਠ ਕੇ ਜਦੋਂ ਅਸੀਂ ਆਪਣਾ ਪਾਠ ਪੂਜਾ ਕਰਦੇ ਸੀ, ਆਪਣਾ ਨਾਮ ਸਿਮਰਨ ਕਰਦੇ ਸੀ, ਭਜਨ ਬੰਦਗੀ ਕਰਦੇ ਸੀ, ਤਾਂ ਸਾਡਾ ਆਤਮਿਕ ਬਲ, ਇੱਕ ਜਿਹੜੀ ਸਾਡੀ ਅੰਦਰੂਨੀ ਇੱਕ ਪਰਮੇਸ਼ਰ ਵੱਲੋਂ ਦਿੱਤੀ ਹੋਈ ਜਿਹੜੀ ਸਾਡੀ ਇੱਕ ਐਨਰਜੀ ਸੀ, ਉਹ ਸਾਡੇ ਸਰੀਰ, ਸਾਡੇ ਸਾਰੇ ਸਰੀਰ ਨੂੰ ਵਿਵਸਥਿਤ ਰੱਖਦੀ ਸੀ, ਇੱਕ ਸੁਚਾਰੂ ਰੂਪ 'ਚ ਰੱਖਦੀ ਸੀ। ਉਹ ਸਾਡਾ ਜਿਹੜਾ ਆਤਮਿਕ ਬਲ ਸਾਡੇ ਮਨ ਨੂੰ ਸਟ੍ਰੀਮਲਾਈਨ ਕਰਦਾ। ਤੇ ਇਸ਼ਨਾਨ ਦੀ ਆਪਣੀ ਮਹਾਨਤਾ ਹੈ ਕਿ ਜਦੋਂ ਸਵੇਰੇ ਇਸ ਵਕਤ ਇਸ਼ਨਾਨ ਕਰ ਲੈਂਦੇ ਆ ਤਾਂ ਜਿਹੜੀ ਸਾਡੀ ਆਪਣੀ ਡਾਈਜੈਸਟਿਵ ਫਾਇਰ ਹੈ, ਜਿਹੜੀ ਸਾਡੀ ਭੋਜਨ ਨੂੰ ਪਚਾਉਣ ਵਾਲੀ ਸਾਰੇ ਜਿੰਨੇ ਵੀ ਇੱਕ ਕੰਪਲੈਕਸ ਹੈ, ਸਾਡਾ ਡਾਈਜੈਸਟਿਵ ਕੰਪਲੈਕਸ ਹੈ, ਸਕ੍ਰੀਸ਼ਨਸ ਨੇ, ਉਹ ਆਟੋਮੈਟਿਕਲੀ ਜਿਹੜੀਆਂ ਹੈਗੀਆਂ ਉਹ ਐਕਟੀਵੇਟ ਹੋ ਜਾਂਦੀਆਂ ਜੀ। ਅਗਰ ਅਸੀਂ ਸਹਿਜੇ ਤੌਰ ਤੇ ਦੇਖਿਆ ਜਾਵੇ, ਲੇਕਿਨ ਸ਼ਾਇਦ ਅੱਜ ਕੱਲ੍ਹ ਕੋਈ ਹੀ ਧਿਆਨ ਦਿੰਦਾ ਕਿ ਜਦੋਂ ਅਸੀਂ ਇਸ਼ਨਾਨ ਕਰਦੇ ਹਾਂ ਤਾਂ ਉਹ ਤੋਂ ਬਾਅਦ ਆਟੋਮੈਟਿਕਲੀ ਅਸੀਂ ਜੇ ਡੇਲੀ ਇਸ ਨੂੰ ਫੀਲ ਕਰਾਂਗੇ ਤਾਂ ਸਾਨੂੰ ਲੱਗੇਗਾ ਕਿ ਭੁੱਖ ਲੱਗ ਗਈ ਹੈ। ਬਿਲਕੁਲ ਡਾਕਟਰ ਸਾਹਿਬ। ਤਾਂ ਸਵਖਤੇ ਇਸ਼ਨਾਨ ਕਰਨ ਦੇ ਨਾਲ, ਸਵਖਤੇ ਉੱਠਣ ਦੇ ਨਾਲ, ਨਾਮ ਜਪਣ ਦੇ ਨਾਲ ਭੁੱਖ ਲੱਗਣ ਦਾ ਸਿੱਧਾ ਸੰਬੰਧ ਸੀ। ਇਸੇ ਕਰਕੇ ਕਿਹਾ ਕਿ ਜਦੋਂ ਉਸ ਸਮੇਂ ਦੇ ਵਿੱਚ ਰਾਜਿਆਂ ਦੀ ਤਰ੍ਹਾਂ ਸਾਡਾ ਭੋਜਨ ਕਰਨਾ ਕਿਹਾ ਸੀ, ਇੱਕ ਹੈਲਦੀ ਡਾਈਟ, ਪ੍ਰੋਪਰ ਡਾਈਟ, ਫੁੱਲ ਡਾਈਟ ਲੈਣ ਦਾ ਵਿਧਾਨ ਸੀ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਜਦੋਂ ਤੱਕ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹੈ ਕਿ ਸਵੇਰੇ ਉੱਠਣਾ, ਕਹਿੰਦੇ ਅੰਮ੍ਰਿਤ ਵੇਲੇ ਉੱਠਣ ਦਾ ਕਹਿੰਦੇ ਅਲੱਗ ਹੀ ਆਨੰਦ ਹੈ। ਡਾਕਟਰ ਸਾਹਿਬ, ਹੁਣ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਸਮਾਂ ਜੀ। ਬ੍ਰੇਕ ਤੋਂ ਬਾਅਦ ਫਿਰ ਆਪਾਂ ਮਿਲਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਰਹੋ। ਤੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਆਪਾਂ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਡਾਕਟਰ ਹਰਿੰਦਰਪਾਲ ਸਿੰਘ ਜੀ ਆਯੁਰਵੈਦਿਕ ਮਾਹਿਰ ਸਾਡੇ ਨਾਲ ਜੁੜੇ ਹੋਏ ਨੇ ਤੇ ਅੱਗੇ ਉਹਨਾਂ ਨਾਲ ਗੱਲਬਾਤ ਦਾ ਜਿਹੜਾ ਰਾਬਤਾ ਆਪਾਂ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਪਹਿਲਾਂ ਬੜੇ ਸੁਚੱਜੇ ਢੰਗ ਨਾਲ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਸਾਡੀ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰਨ ਦੇ ਲਈ ਸਾਨੂੰ ਆਪਣਾ ਸਵੇਰ ਤੋਂ ਲੈ ਕੇ ਰਾਤ ਤੱਕ ਦਾ ਜਿਹੜਾ ਸਹਿਚਾਰ ਹੈ, ਜੀਵਨ ਸ਼ੈਲੀ ਹੈ, ਉਹਦੇ ਵਿੱਚ ਕੀ ਕੀ ਬਦਲਾਅ ਕਰਨੇ ਚਾਹੀਦੇ ਨੇ, ਕਿਸ ਤਰ੍ਹਾਂ ਸਵੇਰੇ ਉੱਠਣਾ ਚਾਹੀਦਾ ਹੈ, ਸਾਨੂੰ ਖਾਣ ਪੀਣ ਸਰੀਰ ਦੇ ਮੁਤਾਬਕ ਖਾਣਾ ਚਾਹੀਦਾ ਹੈ, ਜਿਸ ਤਰ੍ਹਾਂ ਦਾ ਸਾਡਾ ਕਾਰਜ ਸ਼ੈਲੀ ਜਿਵੇਂ ਹੈਗੀ ਹੈ। ਅਤੇ ਇਸੇ ਤਰ੍ਹਾਂ ਹੀ ਜਦੋਂ ਆਪਾਂ ਕਰੋਨਾ ਦੀ ਗੱਲ ਕੀਤੀ ਆ, ਹੁਣ ਕਰੋਨਾ ਦੇ ਵਿੱਚ ਬੜਾ ਹੀ ਲੋਕਾਂ ਦੇ ਵਿੱਚ ਚਿੰਤਾ ਪਾਈ ਜਾ ਰਹੀ ਆ, ਕਿਉਂਕਿ ਇਹਦਾ ਕੁਛ ਦਿਖਦਾ ਨਹੀਂ, ਕਿੱਥੇ ਹੈ ਕੋਈ ਇਹਦਾ ਪਤਾ ਨਹੀਂ ਲੱਗਦਾ। ਇੱਕਦਮ ਬੰਦਿਆਂ 'ਚ ਹੋ ਜਾਂਦਾ, ਇਸ ਸੈਂਟੀਮੈਂਟਕ ਆ ਜਾਂਦੇ ਨੇ ਜਾਂ ਸਿੱਧਾ ਹੀ ਬਿਮਾਰੀ ਉਹਨਾਂ ਨੂੰ ਢਾਹ ਲੈਂਦੀ ਆ, ਬੁਖਾਰ ਆਉਂਦਾ ਹੈ। ਅਤੇ ਇਹਦੇ ਨਾਲ ਇਹ ਤੋਂ ਬਚਣ ਦੇ ਲਈ ਕੀ ਕੀ ਕਰਨਾ ਸਾਨੂੰ ਪਵੇਗਾ ਅਤੇ ਕਿਸ ਤਰ੍ਹਾਂ ਕਿਉਂਕਿ ਇਹ ਬਿਮਾਰੀ ਹੈ ਜਿਹੜੀ ਸਿੱਧੀ ਸਾਡੇ ਲੰਗਸ ਦੇ ਉੱਪਰ, ਫੇਫੜਿਆਂ ਦੇ ਉੱਪਰ ਅਸਰ ਕਰਦੀ ਹੈ। ਅਤੇ ਇਹਨੂੰ ਕਿਵੇਂ, ਮਤਲਬ ਇੱਕ ਆਮ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਇੱਕ ਆਮ ਇਨਸਾਨ ਇਹਨੂੰ ਤੋਂ ਕਿਵੇਂ ਬਚੇ, ਇਹਦੇ ਬਾਰੇ ਜ਼ਰੂਰ ਤੁਸੀਂ ਚਾਨਣਾ ਪਾਓ ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਮਿਨਿਸਟਰੀ ਆਫ ਆਯੂਸ਼ ਭਾਰਤ ਸਰਕਾਰ ਹੈ, ਇਹਨਾਂ ਵੱਲੋਂ ਜਿਹੜੀਆਂ ਜਾਰੀ ਗਾਈਡਲਾਈਨਸ ਨੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਅਤੇ ਸਾਨੂੰ ਇਹਦੇ ਬਹੁਤ ਹੀ ਆਪਣਾ ਸੁਚੇਤ ਹੋ ਕੇ ਇਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈ। ਬਿਲਕੁਲ ਵੀ ਅਣਗਹਿਲੀ ਨਹੀਂ ਕਰਨੀ ਚਾਹੀਦੀ। ਜਿਹੜਾ ਸਭ ਤੋਂ ਪਹਿਲਾ ਪੱਖ ਹੈ ਕਿ ਸਾਨੂੰ ਨੱਕ ਅਤੇ ਮੂੰਹ ਢੱਕ ਕੇ ਰੱਖਣਾ, ਕੋਈ ਮਾਸਕ ਵਗੈਰਾ ਸਾਨੂੰ ਯੂਜ਼ ਕਰਨਾ ਹੈ ਜਾਂ ਕੋਈ ਰੁਮਾਲ ਅੱਛਾ ਯੂਜ਼ ਕਰਨਾ ਹੈ, ਤਾਂ ਕਿ ਜਿਹੜੇ ਸਾਡੇ ਕੋਈ ਖੰਘ ਦਾ, ਕੋਈ ਛਿੱਕ ਦਾ, ਜਿਹੜੇ ਸਾਡੇ ਸਾਹ ਤੋਂ ਸਾਹ ਇੱਕ ਦੂਸਰੇ ਨੂੰ, ਕੋਈ ਵੀ ਜਿਹੜੀ ਸਾਡੇ ਵਾਇਰਸ ਹੈ ਕਿਸੇ ਤੱਕ ਟਰੈਵਲ ਨਾ ਕਰਨ। ਇਹ ਸਾਡਾ ਸਭ ਤੋਂ ਜਿਹੜਾ ਸੁਸਾਇਟੀ ਦਾ ਇੱਕ ਨੋਰਮ ਹੈ, ਉਸ ਨੂੰ ਸਾਨੂੰ ਮੰਨਣਾ ਸਮਝਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਇਕੱਠ 'ਚ ਜਾਈਏ, ਜੇ ਕਿਸੇ ਨੂੰ ਥੋੜ੍ਹਾ ਬਹੁਤਾ ਵੀ ਕੋਈ ਖਾਂਸੀ ਹੈ, ਜ਼ੁਕਾਮ ਹੈ, ਬੁਖਾਰ ਹੈ, ਕੋਈ ਵੀ ਅਲਾਮਤ ਇਸ ਤਰ੍ਹਾਂ ਦੀ ਵਾਇਰਲ ਵਾਲੀ ਲੱਗਦੀ ਹੈ, ਫਲੂ ਵਾਲੀ ਲੱਗਦੀ ਹੈ, ਤਾਂ ਸਾਨੂੰ ਬਹੁਤ ਹੀ ਸਾਵਧਾਨ ਹੋਣਾ। ਅਸੀਂ ਹਰ ਇੱਕ ਕਮਿਊਨਿਟੀ 'ਚ ਮਿਲਣ ਵਾਲੇ ਬੰਦੇ ਨੂੰ ਆਪਣਾ ਪਰਿਵਾਰ ਸਮਝਦੇ ਹੋਏ ਉਹਦੀ ਕੇਅਰ ਵਾਸਤੇ ਅਸੀਂ ਆਪਣਾ ਇਹ ਰੱਖ ਰਖਾ ਅਤੇ ਆਪਣੀ ਜ਼ਿੰਮੇਵਾਰੀ ਹੈ, ਇਸ ਨੂੰ ਸਮਝਣਾ ਹੈ ਅਤੇ ਇਹਨੂੰ ਫੋਲੋ ਕਰਨਾ ਹੈ। ਦੂਸਰਾ ਪੱਖ ਹੈ ਕਿ ਅਸੀਂ ਆਪਣੇ ਹੱਥਾਂ ਦੀ ਸਾਫ਼ ਸਫਾਈ, ਆਪਣੇ ਕਿਤੇ ਵੀ ਅਸੀਂ ਬਾਹਰ ਜਾਈਏ, ਕਿਸੇ ਸਰਫੇਸ ਨੂੰ ਅਸੀਂ ਟੱਚ ਕਰਦੇ ਹਾਂ, ਕਿਸੇ ਬਾਹਰੀ ਸਮਾਨ ਨੂੰ ਟੱਚ ਕਰਦੇ ਹਾਂ,
ਬਾਹਰ ਜਾ ਕੇ ਕਾਊਂਟਰਸ ਨੇ, ਟੇਬਲਸ ਨੇ, ਜੋ ਵੀ ਚੀਜ਼ਾਂ ਨੇ ਜਿਨ੍ਹਾਂ ਨੂੰ ਸਾਡੇ ਹੱਥ ਟੱਚ ਕਰਦੇ ਆ, ਤਾਂ ਅਸੀਂ ਆਪਣੇ ਹੱਥਾਂ ਨੂੰ ਪ੍ਰੋਪਰਲੀ ਸਾਬਣ ਨਾਲ ਧੋ ਕਰਕੇ ਫਿਰ ਹੀ ਆਪਣੇ ਅੱਖਾਂ ਨੂੰ, ਮੂੰਹ ਨੂੰ ਜਾਂ ਕਿਸੇ ਬਾਡੀ ਪਾਰਟ ਨੂੰ ਤਾਂ ਹੀ ਛੂਹਣਾ ਹੈ ਜਾਂ ਭੋਜਨ ਕਰਨਾ ਹੈ। ਹੱਥਾਂ ਦੀ ਸਫਾਈ ਬਹੁਤ ਨਿਹਾਇਤ ਹੀ ਜ਼ਰੂਰੀ ਹੈ। ਉਸ ਤੋਂ ਬਾਅਦ ਜਿਹੜਾ ਹੈ ਕਿ ਸਾਡਾ ਡਿਸਟੈਂਸ ਲਗਭਗ 6 ਫਿਟ ਦੀ ਦੂਰੀ, 2 ਗਜ਼ ਦਾ ਜਿਹੜਾ ਫਾਸਲਾ ਕਿ ਹੈ ਉਹਨੂੰ ਮੇਨਟੇਨ ਕਰਨਾ ਵੀ ਸਾਡਾ ਬਹੁਤ ਹੀ ਇੱਕ ਅਹਿਮ ਪੱਖ ਹੈ, ਇੱਕ ਜ਼ਿੰਮੇਵਾਰੀ ਹੈ। ਜਦੋਂ ਤੱਕ ਇਹ ਕੋਵਿਡ ਦੀ ਇੱਕ ਪੈਂਡੈਮਿਕ ਚੱਲ ਰਿਹਾ, ਉਦੋਂ ਤੱਕ ਸਾਨੂੰ ਘੱਟੋ ਘੱਟ ਇਹਤਿਆਤ ਨੇ ਔਰ ਸਰਕਾਰ ਦੀ ਐਡਵਾਈਜ਼ਰੀ ਹੈ, ਇਹਨਾਂ ਦਾ ਸਾਨੂੰ ਇੱਕ ਬਹੁਤ ਅੱਛੇ ਨਾਗਰਿਕ ਹੋਣ ਦੇ ਨਾਤੇ ਸਾਨੂੰ ਇਹਨਾਂ ਦਾ ਮੰਨਣਾ ਕਰਨਾ ਹੈ। ਹੁਣ ਇਹ ਤੋਂ ਅੱਗੇ ਦਾ ਪੱਖ ਹੈ ਕਿ ਇਸ ਨੂੰ ਅਸੀਂ ਇੱਕ ਸਟਿਗਮਾ ਨਹੀਂ ਸਮਝਣਾ, ਇੱਕ ਖੌਫ ਨਹੀਂ ਮੰਨਣਾ। ਸਿਰਫ ਇੱਕ ਆਪੋ ਆਪਣੀ ਇੱਕ ਚੰਗੇ ਨਾਗਰਿਕ ਹੋਣ ਦੀ ਬਜਾਏ, ਹੋਣ ਦੇ ਨਾਤੇ ਆਪਣੇ ਪਰਿਵਾਰ ਦੇ ਵਿੱਚ ਬੱਚਿਆਂ ਨੂੰ, ਆਪਣੇ ਬਜ਼ੁਰਗਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਦੋਸਤ ਮਿੱਤਰਾਂ ਨੂੰ ਇਹਦੇ ਚੋਂ ਅੱਗੇ ਤੋਂ ਅੱਗੇ ਫੈਲਣ ਵਾਸਤੇ ਜਿਹੜੇ ਮੁੱਖ ਕਾਰਨ ਨੇ ਉਹਨਾਂ ਤੋਂ ਸਮਝਦੇ ਹੋਏ ਉਹਨਾਂ ਦੀ ਰੋਕਥਾਮ ਲਈ ਉਪਰਾਲੇ ਕਰਨੇ ਆ ਤੇ ਇੱਕ ਦੂਸਰੇ ਨੂੰ ਅਸੀਂ ਜਾਗਰੂਕ ਕਰਨਾ ਹੈ। ਜਿੱਥੇ ਸਾਨੂੰ ਲੱਗਦਾ ਹੈ ਕਿ ਕੋਈ ਵੀ ਵਿਅਕਤੀ ਹੈ ਇਹਦੇ ਵਿੱਚ ਥੋੜੀ ਜਿਹੀ ਵੀ ਕੋਈ ਅਣਗਹਿਲੀ ਕਰਦਾ ਹੈ ਤਾਂ ਅਸੀਂ ਇੱਕ ਦੂਜੇ ਨੂੰ ਯਾਦ ਕਰਾਈਏ ਤੇ ਸੁੱਚਤਾ ਰੱਖੀਏ, ਸੁਚਮ ਰੱਖੀਏ ਤੇ ਹਾਈਜੀਨ ਨੂੰ ਮੇਨਟੇਨ ਕਰਕੇ ਰੱਖੀਏ। ਹੁਣ ਜਿਹੜਾ ਮੰਨ ਲਓ ਕਿ ਅਸੀਂ ਸਾਰੀਆਂ ਜਿੰਨੀਆਂ ਵੀ ਇਹ ਐਡਵਾਈਜ਼ਰੀ ਦੀਆਂ ਚੀਜ਼ਾਂ ਨੇ, ਆਪਣਾ ਨਿਯਮ ਨੇ, ਇਹਨਾਂ ਨੂੰ ਪਾਲਣ ਵੀ ਕਰਦੇ ਆ, ਫਿਰ ਵੀ ਕਿਹੜੇ ਕਿਹੜੇ ਬੰਦੇ ਨੇ ਜਿਨ੍ਹਾਂ ਨੂੰ ਜ਼ਿਆਦਾ ਖਦਸ਼ਾ ਹੋ ਸਕਦਾ ਹੈ ਇਸ ਇਨਫੈਕਸ਼ਨ ਦੀ ਚਪੇਟ 'ਚ ਆਉਣ ਦਾ, ਜਿਨ੍ਹਾਂ ਦੀ ਡਾਈਜੈਸਟਿਵ ਫਾਇਰ ਚੰਗੀ ਨਹੀਂ ਹੈ, ਜਿਨ੍ਹਾਂ ਦਾ ਪਾਚਨ ਬਹੁਤ ਵਧੀਆ ਨਹੀਂ ਹੈ, ਪੁਰਾਣੇ ਸਮੇਂ ਤੋਂ ਕੋਈ ਜਿਹੜੇ ਇੱਕ ਇਮਿਊਨਿਟੀ ਨਾਲ ਰਿਲੇਟਡ ਜਿਵੇਂ ਖਾਂਸੀ, ਜ਼ੁਕਾਮ, ਬੁਖਾਰ ਜਾਂ ਦਮੇ ਵਾਲੇ ਰੋਗੀ ਨੇ, ਜਿਹੜੇ ਸ਼ੂਗਰ ਦੇ ਪੇਸ਼ੈਂਟਸ ਨੇ ਪੁਰਾਣੇ, ਜਾਂ ਜਿਨ੍ਹਾਂ ਦੀ ਇਮਿਊਨਿਟੀ ਪਹਿਲਾਂ ਹੀ ਲੋ ਚੱਲ ਰਹੀ ਹੈ, ਜਾਂ ਕਿਸੇ ਇੱਕ ਪਿਛੇ ਪੁਰਾਣੀ ਬਿਮਾਰੀ ਦੇ ਨਾਲ ਕੋਈ ਕਮਜ਼ੋਰੀ ਸਰੀਰ 'ਚ ਚੱਲ ਰਹੀ ਹੈ, ਉਹਨਾਂ ਨੂੰ ਬਹੁਤ ਹੀ ਜ਼ਿਆਦਾ ਇਹਤਿਆਤ ਰੱਖਣੀ ਬਣਦੀ ਹੈ। ਸਭ ਤੋਂ ਜ਼ਿਆਦਾ ਜਿਹੜਾ ਮੇਨ ਕਾਰਨ ਹੈ ਕਿ ਜਿਹੜੇ ਸਾਡੇ ਗਲੇ ਦੇ ਅੰਦਰ, ਨੱਕ ਦੇ ਅੰਦਰ, ਨੇਜੋਫੈਰਿੰਕਸ ਦੇ ਅੰਦਰ ਇਹ ਮੀਡੀਆ ਹੈ, ਉਹ ਇੱਕ ਸਟਿਕੀ ਨਾ ਹੋਵੇ, ਚਿਪਚਿਪਾਪਨ ਨਾ ਹੋਵੇ, ਉਹਦੇ ਅੰਦਰ ਲੇਸ ਨਾ ਬਣੀ ਰਹੇ, ਤਾਂ ਕਿ ਉਹਦੇ ਅੰਦਰ ਜਿਹੜੇ ਬੈਕਟੀਰੀਆਸ ਨੇ ਜਾਂ ਵਾਇਰਸ ਨੇ ਉਹਦੇ 'ਚ ਜਾ ਕੇ ਸਟਿਕ ਨਾ ਕਰਨ ਤੇ ਉੱਥੇ ਜਾ ਕੇ ਉਹ ਮਲਟੀਪਲਾਈ ਨਾ ਹੋਣ। ਇਸੇ ਕਰਕੇ ਜਿਹੜੀ ਸਾਡੀ ਐਡਵਾਈਜ਼ਰੀ 'ਚ ਹੈ ਕਿ ਗਰਮ ਪਾਣੀ ਪੀਣਾ ਜਾਂ ਕਿਸੇ ਕਾੜੇ ਦਾ ਸੇਵਨ ਕਰਨਾ, ਤਾਂ ਕਿ ਜਿਹੜਾ ਸਾਡਾ ਇੰਟਰਨਲ ਜੋ ਸਾਡਾ ਗਲੇ ਦੇ ਅੰਦਰ ਮੀਡੀਆ ਹੈ, ਨੇਜ਼ੋਫੈਰਿੰਕਸ ਹੈ, ਉਹ ਕਲੀਅਰ ਰਹੇ ਤੇ ਕਿਸੇ ਵੀ ਬਾਹਰ ਤੋਂ ਆਏ ਵਾਇਰਸ ਨੂੰ ਉਹ ਉੱਥੇ ਇੱਕ ਐਜ਼ ਏ ਹੋਸਟ ਵੈਲਕਮ ਨਾ ਕਰੇ। ਤਾਂ ਸਾਨੂੰ ਗਰਾਰੇ ਵੀ ਕਰਨੇ ਨੇ ਉਹਦੇ 'ਚ। ਗਰਮ ਪਾਣੀ ਦੇ ਵਿੱਚ ਹਲਦੀ ਹੈ ਜਾਂ ਸੈਂਦਾ ਨਮਕ ਹੈ, ਇੱਕ ਸਵੇਰੇ ਸ਼ਾਮ ਜਾਂ ਦਿਨ 'ਚ 2 ਜਾਂ 3 ਵਾਰੀ ਆਪਣੇ ਗਲੇ ਦੇ ਅੰਦਰ ਦੇ ਐਟਮੋਸਫੀਅਰ ਨੂੰ ਸਮਝਦੇ ਹੋਏ ਉਸ ਨੂੰ ਮੇਨਟੇਨ ਕਰਨਾ ਹੈ। ਦੂਜੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਕਈ ਸਰੀਰ ਨੇ ਜਿਨ੍ਹਾਂ ਦਾ ਬਲਗਮੀ ਮਿਹਦਾ ਹੈ, ਬਲਗਮੀ ਤਸੀਰ ਹੈ, ਆਪਣੀ ਕੌਨਸਟੀਟਿਊਸ਼ਨ ਜਿਹੜੀ ਹੈ ਕਪ ਪ੍ਰਵਿਰਤੀ ਦੀ ਹੈ, ਉਹਨਾਂ ਨੂੰ ਸਭ ਤੋਂ ਜ਼ਿਆਦਾ ਤੇ ਆਮ ਤੌਰ ਤੇ ਅੱਜ ਕੱਲ੍ਹ ਜਿਹੜੀ ਸਾਡੀ ਇਸ ਸਮੇਂ ਵਰਖਾ ਰੁੱਤ ਚੱਲ ਰਹੀ ਹੈ, ਸਾਉਣ ਤੇ ਭਾਦੋ ਦੇ ਜਿਹੜੇ ਮਹੀਨੇ ਸੀਗੇ ਇਹ ਵਰਖਾ ਰੁੱਤ ਦੇ ਆ, ਇਹਨਾਂ ਦੇ ਵਿੱਚ ਜਿਹੜੀ ਹਰ ਇੱਕ ਬੰਦੇ ਦੀ ਆਪਣੀ ਇੱਕ ਨਾਰਮਲ ਬੰਦੇ ਦੀ, ਹੈਲਦੀ ਬੰਦੇ ਦੀ ਜਿਹੜੀ ਆਯੁਰਵੇਦ ਸ਼ਾਸਤਰ ਦੇ ਮੁਤਾਬਕ ਡਾਈਜੈਸਟਿਵ ਫਾਇਰ ਹੈ, ਲੋਅਰ ਐਂਡ ਤੇ ਮੰਨੀ ਗਈ ਹੈ। ਤੇ ਇਸ ਕਰਕੇ ਉਹਨਾਂ ਦਾ ਪਾਚਨ ਡਿਸਟਰਬ ਹੋਣਾ ਤੇ ਬਾਕੀ ਸਿਸਟਮਾਂ ਦਾ ਵੀ ਡਿਸਟਰਬ ਹੋਣਾ ਤੇ ਕਿਸੇ ਨਾ ਕਿਸੇ ਇਨਫੈਕਸ਼ਨ ਨੂੰ ਕੈਰੀ ਕਰਨ ਦੇ ਵਾਸਤੇ ਵੀ ਇੱਕ ਮੀਡੀਆ ਬਣ ਜਾਂਦਾ ਹੈ। ਸੋ ਉਸ ਤੋਂ ਬਚਣ ਵਾਸਤੇ ਜਿਹੜੀ ਮੰਦਾਗਨੀ ਹੈ, ਲੋ ਡਾਈਜੈਸਟਿਵ ਫਾਇਰ ਹੈ, ਉਸ ਨੂੰ ਬਚਾਉਣ ਵਾਸਤੇ ਸਾਨੂੰ ਤਲੇ ਹੋਏ ਜਿੰਨੇ ਵੀ ਭੋਜਨ ਪਦਾਰਥ ਨੇ ਉਹਨਾਂ ਦਾ ਪਰਹੇਜ਼, ਸਭ ਤੋਂ ਜ਼ਿਆਦਾ ਦਹੀਂ, ਲੱਸੀ, ਅਚਾਰ, ਪਰੌਂਠੇ, ਕੇਲਾ ਹੈ, ਅਰਬੀ ਭਿੰਡੀ ਹੈ, ਜਿੰਨੇ ਵੀ ਸ਼ੇਕ ਨੇ। ਅੱਜ ਕੱਲ੍ਹ ਰੁਝਾਨ ਚੱਲਿਆ ਨਵੀਂ ਜਨਰੇਸ਼ਨ ਨੂੰ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਸ ਰੁੱਤ 'ਚ ਕੀ ਖਾਣਾ ਕੀ ਨਹੀਂ ਖਾਣਾ। ਸੌਫਟ ਡਰਿੰਕ, ਜਿਹੜੇ ਵੀ ਕੋਲਾ ਡਰਿੰਕਸ ਨੇ, ਸੌਫਟ ਡਰਿੰਕਸ ਨੇ, ਸ਼ੇਕ ਵਗੈਰਾ ਨੇ, ਉਹ ਵੀ ਸ਼ਾਮ ਦੇ ਸਮੇਂ ਖਾਸ ਤੌਰ 'ਤੇ ਸੇਵਨ ਕਰਨਾ, ਇਹ ਸਾਡੇ ਖਾਂਸੀ ਜ਼ੁਕਾਮ ਦਾ ਬਹੁਤ ਛੇਤੀ ਕਾਰਨ ਬਣਦੇ ਆ। ਇਸੇ ਕਰਕੇ ਹੀ ਜਿਹੜੇ ਅਸੀਂ ਚਪੇਟ ਦੇ ਵਿੱਚ ਆਉਂਦੇ ਹਾਂ, ਜਿੰਨੀ ਵੀ ਵਾਇਰਲ ਇਨਫੈਕਸ਼ਨਸ ਨੇ, ਬੈਕਟੀਰੀਅਲ ਇਨਫੈਕਸ਼ਨਸ ਨੇ, ਸੋ ਸਾਨੂੰ ਇਹਨਾਂ ਚੀਜ਼ਾਂ ਦਾ ਜਿਹੜਾ ਪੱਥ ਪਰਹੇਜ਼ ਰੱਖਣਾ ਬਣਦਾ ਹੈ।
ਡਾਕਟਰ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਕਾੜੇ ਦਾ, ਕਿ ਸਾਨੂੰ ਕਾੜੇ ਦੇ ਵਿੱਚ ਕੀ ਕੀ ਚੀਜ਼ਾਂ ਆਉਂਦੀਆਂ ਨੇ ਜੀ, ਜਿਹੜੀਆਂ ਕਿ ਕਰੋਨਾ ਤੋਂ ਬਚਾ ਸਕਦੀਆਂ ਨੇ ਜਾਂ ਉਹਦੇ ਨਾਲ ਲੜਨ ਦੀ ਸਮਰੱਥਾ ਪੈਦਾ ਕਰਦੀਆਂ ਨੇ? ਕਿਸ ਤਰ੍ਹਾਂ ਦਾ ਕਾੜਾ ਹੋਣਾ ਚਾਹੀਦਾ ਜੀ, ਇਹਦੇ ਬਾਰੇ ਤੁਸੀਂ ਜ਼ਰੂਰ ਦੱਸੋ ਕਿ ਸਾਡੇ ਦਰਸ਼ਕ ਬਣਾ ਕੇ, ਜਿਵੇਂ ਤੁਸੀਂ ਹਲਦੀ ਦਾ ਜ਼ਿਕਰ ਕੀਤਾ ਹੈ, ਤੇ ਕਾੜੇ ਦੇ ਵਿੱਚ ਕਿਹੜੀਆਂ ਕਿਹੜੀਆਂ ਜਿਹੜੀਆਂ ਵਸਤਾਂ ਨੇ ਉਹ ਪਾਉਣੀਆਂ ਨੇ ਆਪਾਂ? ਆਮ ਤੌਰ ਤੇ ਤਾਂ ਜਿਹੜਾ ਸਾਡਾ ਸਾਰਿਆਂ ਨੂੰ ਪਤਾ ਹੀ ਕਿ ਜਿਹੜੀ ਇੱਕ ਮਿਨਿਸਟਰੀ ਆਫ ਆਯੂਸ਼ ਵੱਲੋਂ ਰਿਕਮੈਂਡਡ ਜਿਹੜਾ ਕਾੜਾ ਹੈ ਉਹ ਸਾਰੇ ਪਾਸੇ ਉਹ ਸਰਕੂਲੇਸ਼ਨ 'ਚ ਹੈ। ਜਿੰਨੀਆਂ ਵੀ ਸਾਡੀਆਂ ਡਿਸਪੈਂਸਰੀਜ਼ ਹੈਗੀਆਂ ਉਹਨਾਂ ਦੇ ਵਿੱਚ ਅਵੇਲੇਬਲ ਹੈ ਇਹ, ਜਾਂ ਫਿਰ ਕੁਛ ਕੰਪਨੀਜ਼ ਨੇ ਵੀ ਇਹਨਾਂ ਨੂੰ ਬਣਾਇਆ ਹੋਇਆ ਹੈ ਤਾਂ ਉਹ ਸਟੋਰਸ 'ਤੇ ਵੀ ਅਵੇਲੇਬਲ ਨੇ। ਪਰ ਸਭ ਤੋਂ ਜ਼ਿਆਦਾ ਮੇਨ ਗੱਲ ਹੈ ਕਿ ਘਰ ਦੇ ਵਿੱਚ ਹੀ ਇਹ ਚੀਜ਼ਾਂ ਸਾਡੇ ਕੋਲ ਅਵੇਲੇਬਲ ਨੇ, ਜਿਵੇਂ ਕਿ ਸੁੰਡ ਹੋ ਗਈ, ਮਗਾ ਨੇ, ਪਿਪਲੀ ਨੇ, ਤੁਲਸੀ ਹੈ, ਗਿਲੋਏ ਹੈ, ਦਾਲਚੀਨੀ ਹੈ ਜੀ। ਤੇ ਇਹਨਾਂ ਦਾ ਇੱਕ ਕਾੜਾ ਬਣਾ ਕੇ ਅਸੀਂ ਸੇਵਨ ਕਰ ਸਕਦੇ ਹਾਂ। ਪਰ ਸਭ ਤੋਂ ਜਿਹੜੀ ਮੇਨ ਗੱਲ ਇਹ ਹੈ ਕਿ ਇਸ ਕਾੜੇ ਦਾ ਸੇਵਨ ਵੀ ਅਸੀਂ ਇੱਕ ਬਹੁਤ ਹੀ ਜਿਹੜੇ ਐਕਸਪਰਟ, ਜਿਹੜੇ ਸਾਡੇ ਆਯੁਰਵੈਦਿਕ ਮੈਡੀਕਲ ਅਫਸਰਸ ਨੇ, ਵੈਦ ਜਨ ਨੇ, ਉਹਨਾਂ ਦੀ ਸਲਾਹ ਤੋਂ ਬਿਨਾਂ ਵੀ ਸਾਨੂੰ ਇਹਨਾਂ ਦਾ ਸੇਵਨ ਕਰਨਾ ਬਿਲਕੁਲ ਵੀ ਨਹੀਂ ਬਣਦਾ। ਸਾਨੂੰ ਇੱਕ ਅੱਛੀ ਪ੍ਰਸਕ੍ਰਿਪਸ਼ਨ ਹੈ, ਜੋ ਇੱਕ ਰਾਏ ਹੈ, ਉਹਦੇ ਮੁਤਾਬਕ ਹੀ ਸਾਨੂੰ ਕਾੜਿਆਂ ਦਾ ਸੇਵਨ ਕਰਨਾ ਹੈ। ਪਰ ਆਮ ਤੌਰ ਤੇ ਅਸੀਂ ਜਿਸ ਤਰ੍ਹਾਂ ਕੋਈ ਤੁਲਸੀ ਹੈ, ਮਲੱਠੀ ਹੈ, ਦਾਲਚੀਨੀ ਹੈ, ਲੌਂਗ ਹੈ, ਇਹਨਾਂ ਨੂੰ ਵੀ ਥੋੜ੍ਹੀ ਮਾਤਰਾ ਦੇ ਵਿੱਚ ਸਿਰਫ 2 ਜਾਂ 3 ਦਿਨ ਦੇ ਲਈ ਅਸੀਂ ਘਰੇ ਆਪਣੇ ਤੌਰ ਤੇ ਅਸੀਂ ਇਸ ਨੂੰ ਵਰਤ ਸਕਦੇ ਹਾਂ। ਪਰ ਇਸ ਤੋਂ ਜ਼ਿਆਦਾ ਲੰਬੇ ਸਮੇਂ ਦੇ ਵਿੱਚ ਜਿਹੜਾ ਵਰਤਣਾ ਹੈ ਉਹ ਵੀ ਤਾਸੀਰ ਦਾ ਪੱਖ ਰੱਖਦੇ ਹੋਏ ਕਿਸੇ ਇੱਕ ਅੱਛੀ ਜਿਹੜੀ ਮੈਡੀਕਲ ਐਡਵਾਈਸ ਹੈ, ਇੱਕ ਆਯੁਰਵੈਦਿਕ ਮੈਡੀਕਲ ਅਫਸਰਸ ਨੇ, ਵੈਦਗਣਾਂ ਦੇ, ਉਹਨਾਂ ਦੇ ਸੁਝਾਅ ਤੋਂ ਇਲਾਵਾ ਨਹੀਂ ਵਰਤਣੇ ਚਾਹੀਦੇ। ਕਿਉਂਕਿ ਇਹਦੇ 'ਚ ਅਸੀਂ ਆਪ ਜੀ ਨਾਲ ਇੱਕ ਬਹੁਤ ਹੀ ਅਹਿਮ ਗੱਲ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਅੱਜ ਕੱਲ੍ਹ ਜੋ ਸਾਡਾ ਸਮਾਂ ਬਣ ਚੁੱਕਿਆ ਇਸ ਤਰ੍ਹਾਂ ਦਾ ਕਿ ਇੱਕ ਗੂਗਲ ਗੁਰੂ ਵੀ ਸਾਡੇ ਕੋਲ ਅਵੇਲੇਬਲ ਹੈ ਜੀ। ਬਿਲਕੁਲ, ਗੂਗਲ ਦੇ ਉੱਪਰ ਬਹੁਤ ਸਾਰੀਆਂ ਆਪਸ਼ਨ ਸਾਡੇ ਕੋਲ ਅਵੇਲੇਬਲ ਨੇ, ਔਰ ਬਹੁਤ ਸਾਰੇ ਪੇਸ਼ੈਂਟਸ ਆ ਕੇ ਵੀ ਸਾਨੂੰ ਉਹਨਾਂ ਦੀ ਫੀਡਬੈਕ ਦਿੰਦੇ ਆ ਕਿ ਅਸੀਂ ਗੂਗਲ ਤੋਂ ਇਹ ਚੀਜ਼ਾਂ ਸਰਚ ਕੀਤੀਆਂ, ਅਸੀਂ ਇਹ ਬਣਾਈਆਂ ਤੇ ਅਸੀਂ ਸੇਵਨ ਕੀਤੀਆਂ। ਲਿਖਿਆ ਤਾਂ ਹੋਇਆ, ਦੱਸਦੇ ਤਾਂ ਇਹ ਸੀ ਕਿ ਇਹਦਾ ਬਹੁਤ ਫਾਇਦਾ ਹੈ, ਪਰ ਸਾਨੂੰ ਇਹਦੇ ਬਹੁਤ ਸਾਰੇ ਨੁਕਸਾਨ ਵੀ ਹੋਏ ਨੇ। ਲੇਕਿਨ ਅਜਿਹਾ ਕਿਉਂ ਜੀ? ਇਹਦਾ ਕਾਰਨ ਇਹੀ ਹੈ ਕਿ ਸਰੀਰ ਦੇ ਅੰਦਰ, ਕਿਸੇ ਵੀ ਸਰੀਰ ਦੀ ਪ੍ਰਕਿਰਤੀ ਕੀ ਹੈ, ਉਹਦੇ ਅੰਦਰ ਕੋਈ ਕਿਸੇ ਰੋਗ ਦੀ ਅਵਸਥਾ ਪਹਿਲਾਂ ਤੋਂ ਤਾਂ ਨਹੀਂ ਚੱਲ ਰਹੀ, ਉਹ ਬੰਦਾ ਕਿਸੇ ਹੋਰ ਰੋਗ ਨਾਲ ਗ੍ਰਸਤ ਨਹੀਂ ਹੈ। ਉਦਾਹਰਨ ਦੇ ਤੌਰ ਤੇ ਅਗਰ ਕਿਸੇ ਨੂੰ ਮੰਨ ਲਓ ਕਿ ਅਲਸਰ ਹੋਏ ਨੇ ਅੰਦਰ, ਕਿਸੇ ਨੂੰ ਫੂਡ ਪਾਈਪ ਦੇ ਵਿੱਚ, ਸਟਮਕ ਦੇ ਵਿੱਚ, ਸਮਾਲ ਇੰਟੈਸਟਾਈਨ ਦੇ ਵਿੱਚ ਕਿਤੇ ਵੀ ਕੋਈ ਕਿਸੇ ਪ੍ਰਕਾਰ ਦੀ ਅਲਸਰੇਸ਼ਨ ਜਾਂ ਜ਼ਖਮ ਹੋਏ ਨੇ, ਜਾਂ ਬਹੁਤ ਲੰਬੇ ਸਮੇਂ ਦੀਆਂ ਪੁਰਾਣੀ ਹਾਈਪਰ ਐਸਿਡਿਟੀ ਹੈ, ਅਸੀਂ ਉਸ ਦੇ ਵਿੱਚ ਇਹ ਜਿਹੜੇ ਕਾੜੇ ਬਿਨਾਂ ਕਿਸੇ ਅੱਛੀ ਪ੍ਰਸਕ੍ਰਿਪਸ਼ਨ ਤੋਂ, ਬਿਨਾਂ ਸਲਾਹ ਤੋਂ ਅਗਰ ਅਸੀਂ ਲੰਬੇ ਸਮੇਂ ਲਈ ਜਾਂ ਉਸ ਦੀ ਜਿਹੜੀ ਕੰਸਨਟ੍ਰੇਸ਼ਨ ਹੈ ਜ਼ਿਆਦਾ ਮਾਤਰਾ ਚ ਲਾਵਾਂਗੇ ਤਾਂ ਉਹ ਫਾਇਦੇ ਦੀ ਜਗ੍ਹਾ ਸਾਨੂੰ ਨੁਕਸਾਨਦੇਹ ਹੋ ਸਕਦੀ ਹੈ। ਸਾਡੇ ਅਲਸਰਸ ਨੂੰ ਪਰਫੋਰੇਟ ਵੀ ਕਰ ਸਕਦੀ ਹੈ ਉਹ। ਅਗਰ ਕਿਸੇ ਦਾ ਸਰੀਰਕ ਸੁਭਾਅ ਇਸ ਤਰ੍ਹਾਂ ਦਾ ਹੈ ਕਿ ਨਕਸੀਰ ਫੁੱਟਦੀ ਹੈ ਕਿਸੇ ਨੂੰ, ਜਾਂ ਕਿਸੇ ਨੂੰ ਖੂਨੀ ਬਵਾਸੀਰ ਹੈ, ਜਾਂ ਕਿਸੇ ਨੂੰ ਬਹੁਤ ਸਾਰੀਆਂ ਸਕਿਨ ਦੀਆਂ ਅਲਾਮਤਾਂ ਨੇ, ਐਲਰਜੀਜ਼ ਨੇ, ਇਹ ਕਾੜੇ ਲੈਣ ਕਰਕੇ ਇਹ ਉਹਨਾਂ ਨੂੰ ਨੁਕਸਾਨ ਕਰ ਸਕਦੇ ਆ। ਕਿਉਂਕਿ ਬਿਨਾਂ ਜਾਣਕਾਰੀ ਤੋਂ, ਬਿਨਾਂ ਤਾਸੀਰ ਦੀ ਸਮਝ ਤੋਂ, ਆਯੁਰਵੇਦ ਇੱਕ ਬਹੁਤ ਹੀ ਪ੍ਰੈਕਟੀਕਲ ਸਾਇੰਸ ਹੈ ਔਰ ਕੈਲਕੂਲੇਟਿਵ ਸਾਇੰਸ ਹੈ, ਤੇ ਇੱਕ ਨੁਸਖਾ ਨਹੀਂ ਹੈ। ਆਯੁਰਵੇਦ ਨੂੰ ਇੱਕ ਨੁਸਖਾ ਸਮਝ ਕੇ ਜਿਹੜੇ ਵੀਰ ਫੋਲੋ ਕਰਨਾ ਚਾਹੁੰਦੇ ਆ, ਸੋ ਕਿਰਪਾ ਕਰਕੇ ਜਦੋਂ ਤੱਕ ਸਰੀਰ ਦੀ ਤਾਸੀਰ, ਬਿਮਾਰੀ ਦੀ ਤਾਸੀਰ, ਰੁੱਤ ਦੀ ਤਾਸੀਰ, ਔਸ਼ਧੀ ਦੀ ਤਾਸੀਰ, ਕਿਸੇ ਦਵਾਈ ਦੀ ਤਾਸੀਰ ਦਾ ਸਾਨੂੰ ਗਿਆਨ ਨਹੀਂ ਹੈ, ਤਾਂ ਉਦੋਂ ਤੱਕ ਅਸੀਂ ਇਹਦੇ ਲਈ ਵਰਤਣਾ ਨੀਮ ਹਕੀਮ ਖਤਰਾ ਜਾਨ ਦੇ ਬਰਾਬਰ ਹੋ ਸਕਦਾ ਸਾਡੇ ਲਈ। ਬਿਲਕੁਲ ਜੀ ਡਾਕਟਰ ਸਾਹਿਬ, ਤੁਸੀਂ ਕਿਹਾ ਵੀ ਇਹ ਵੀ ਬਹੁਤ ਜ਼ਰੂਰੀ ਆ ਕਿ ਕਿਸ ਬੰਦੇ ਨੇ ਕਾੜਾ ਲੈਣਾ ਹੈ, ਕਿਸ ਬੰਦੇ ਨੇ ਨਹੀਂ ਲੈਣਾ। ਇਹ ਵੀ ਤੁਸੀਂ ਬਿਨਾਂ ਡਾਕਟਰ ਦੀ, ਆਪਣੇ ਆਯੁਰਵੇਦਿਕ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਲੈਣਾ, ਕਿਉਂਕਿ ਹਰ ਤਰ੍ਹਾਂ ਦੇ ਬੰਦੇ ਦੇ ਸਰੀਰ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਬਿਮਾਰੀਆਂ ਹੋ ਸਕਦੀਆਂ, ਪੁਰਾਣੀਆਂ ਵੀ ਹੋ ਸਕਦੀਆਂ, ਜਾਂ ਉਹਨਾਂ ਦਾ ਸਰੀਰ ਉਸ ਤਰ੍ਹਾਂ ਦਾ ਚੱਲਦਾ ਹੈ, ਜਾਂ ਕਿਸ ਤਰ੍ਹਾਂ ਉਹਨੇ ਨਿਪਟਣਾ, ਲੜਨਾ। ਅਤੇ ਇਹ ਬਹੁਤ ਹੀ ਚੰਗੀ ਜਾਣਕਾਰੀ ਤੁਸੀਂ ਡਾਕਟਰ ਸਾਹਿਬ ਸਾਂਝੀ ਕੀਤੀ ਹੈ। ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਵੀ ਜ਼ਰੂਰ ਸਪਸ਼ਟ ਕਰੋ ਕਿ ਕਰੋਨੇ ਦਾ ਪਤਾ ਕਿਵੇਂ ਲੱਗਦਾ ਹੈ। ਸਭ ਤੋਂ ਪਹਿਲਾਂ ਇਹ ਹੈ ਵੀ ਹਰੇਕ ਦੇ ਅੰਦਰ ਡਰ ਬਹੁਤ ਪਾਇਆ ਜਾ ਰਿਹਾ ਵੀ ਹੁਣ ਕਿਸੇ ਨੂੰ ਬੁਖਾਰ ਮੌਸਮ ਦੇ ਤੌਰ 'ਤੇ ਫਲੂ ਹੈ ਜਿਹੜਾ, ਕਿਉਂਕਿ ਮੌਸਮ ਜਿਵੇਂ ਚੱਲਦਾ ਹੈ, ਬਦਲਦਾ ਹੈ,
ਰੁੱਤਾਂ ਬਦਲਦੀਆਂ ਨੇ, ਮੌਸਮ ਉਵੇਂ ਦੇ, ਬੁਖਾਰ ਨਾਰਮਲ ਹੋਣਾ ਵੀ ਇੱਕ ਸਾਡੇ ਸਰੀਰ ਦਾ ਪਾਰਟ ਹੈ, ਇਹ ਵੀ ਸਾਡੇ ਨਾਲ ਜੁੜਿਆ ਹੋਇਆ। ਅਤੇ ਖੰਘ ਹੋਣੀ, ਫਿਰ ਕਰੋਨਾ ਦੀ ਜਿਹੜੀ ਵੱਖਰੀ ਖੰਘ ਹੈ ਜੀ, ਉਹਦੇ ਲੱਛਣ ਨੇ ਉਹ ਕੀ ਨੇ? ਬੰਦਾ ਜੇ ਕਿਸੇ ਨੂੰ ਬੁਖਾਰ ਆਉਂਦਾ ਉਹ ਨਾਲ ਦੀ ਨਾਲ ਜਾ ਕੇ ਆਪਣਾ ਟੈਸਟ ਕਰਾਵੇ ਜਾਂ ਵੇਟ ਕਰੇ, ਕਿਸ ਤਰ੍ਹਾਂ ਦਾ ਉਹਨੂੰ ਆਪਣੇ ਆਪ ਨੂੰ ਸਮਝਣ ਦੀ ਲੋੜ ਹੈ? ਇਹਦੇ ਬਾਰੇ ਜ਼ਰੂਰ ਦੱਸੋ ਜੀ ਜਾਂਦੇ ਜਾਂਦੇ ਡਾਕਟਰ ਸਾਹਿਬ। ਇਸ ਦੇ ਬਾਰੇ ਇਸ ਤਰ੍ਹਾਂ ਹੈ ਜੀ ਕਿ ਜਿਹੜਾ ਸਾਡਾ ਭਾਰਤ ਸਰਕਾਰ ਹੈ ਜਾਂ ਸਾਡੀਆਂ ਰਾਜ ਦੀਆਂ ਆਪਣੀਆਂ ਸਟੇਟ ਦੀਆਂ ਸਰਕਾਰਾਂ ਨੇ, ਸਾਡਾ ਜਿਹੜਾ ਇੱਕ ਮੈਡੀਕਲ ਸਿਸਟਮ ਹੈ, ਜਿੰਨੇ ਵੀ ਸਾਡੇ ਹੌਸਪੀਟਲਸ, ਸਾਡੇ ਗਵਰਨਮੈਂਟ ਸੈਕਟਰ ਦੇ ਹੌਸਪੀਟਲਸ ਨੇ, ਪ੍ਰਾਈਵੇਟ ਸੈਕਟਰ ਦੇ ਹੌਸਪੀਟਲਸ ਨੇ ਜਾਂ ਕਲੀਨੀਸ਼ੀਅਨਸ ਨੇ, ਸੈਲਫ ਮੈਡੀਕੇਸ਼ਨ ਜੋ ਹੈ ਬਹੁਤ ਹੀ ਡੇਂਜਰਸ ਹੈ, ਬਹੁਤ ਹੀ ਘਾਤਕ ਹੈ। ਸਾਨੂੰ ਇਸ ਨੂੰ ਬਹੁਤ ਹੀ ਲਾਈਟ ਨਹੀਂ ਲੈਣਾ ਚਾਹੀਦਾ। ਜਦੋਂ ਵੀ ਜ਼ੁਕਾਮ ਬੁਖਾਰ ਦੇ ਲੱਛਣ ਆਉਣ, ਖਾਸ ਤੌਰ 'ਤੇ ਸੁੱਕੀ ਖੰਘ ਦੇ ਲੱਛਣ ਆਉਂਦੇ ਨੇ ਜਾਂ ਫਿਰ ਸਾਹ ਲੈਣ ਦੇ ਵਿੱਚ ਦਿੱਕਤ ਆਵੇ, ਤੇ ਆਪਣੇ ਆਪ ਸੈਲਫ ਮੈਡੀਕੇਸ਼ਨ ਨਹੀਂ ਕਰਨੀ। ਸਾਨੂੰ ਵਿਦ ਡਿਊ ਟਾਈਮ, ਸਮੇਂ ਦੇ ਮੁਤਾਬਕ ਸਾਨੂੰ ਆਪਣੇ ਡਾਕਟਰ ਨੂੰ ਅਪਰੋਚ, ਜਿਹੜਾ ਵੀ ਸਾਡੇ ਨੇੜੇ ਤੇੜੇ ਡਾਕਟਰ ਹੈ ਉਸ ਨੂੰ ਅਪਰੋਚ ਕਰਨਾ ਬਣਦਾ ਹੈ। ਇਹਦੇ 'ਚ ਕੋਈ ਏਸਿਮਟੋਮੈਟਿਕ ਕੇਸਿਸ ਨੇ ਜਾਂ ਉਹਨਾਂ ਦੇ ਕੁਝ ਮਾਈਲਡ ਸਿੰਪਟਮਸ ਆ ਰਹੇ ਨੇ ਜਾਂ ਫਿਰ ਅੱਗੇ ਕੁਝ ਮੋਡਰੇਟ ਜਾਂ ਸਵੀਅਰ ਸਿੰਪਟਮਸ ਨੇ, ਉਹਨਾਂ ਦੀ ਜਿਹੜੀ ਕੈਟਾਗਰਾਈਜੇਸ਼ਨ ਹੈ ਉਹ ਸਾਨੂੰ ਡਾਕਟਰ ਕੋਲ ਜਾਂਦਿਆਂ ਸਹਿਜੇ ਦੇ ਨਾਲ ਪਤਾ ਲੱਗ ਜਾਣਾ ਚਾਹੀਦਾ ਹੈ। ਅਤੇ ਸਾਨੂੰ ਇਹ ਪੈਨਿਕ ਨਹੀਂ ਰੱਖਣਾ, ਇਹ ਡਰ ਨਹੀਂ ਰੱਖਣਾ ਕਿ ਵੀ ਪਤਾ ਨਹੀਂ ਕੀ ਹੋਏਗਾ। ਸਗੋਂ ਸਭ ਤੋਂ ਵਧੀਆ ਗੱਲ ਤਾਂ ਇਹੀ ਹੈ ਕਿ ਸਾਨੂੰ ਆਪਣੇ ਨਜ਼ਦੀਕ ਕਿਸੇ ਵੀ ਸਵਾਸਥ ਕੇਂਦਰ 'ਤੇ ਜਾ ਕੇ, ਕਿਸੇ ਹਸਪੀਟਲ 'ਚ ਜਾ ਕੇ ਆਪਣੇ ਆਪ ਨੂੰ ਤੁਰੰਤ ਚੈੱਕਅਪ ਕਰਾਉਣਾ ਚਾਹੀਦਾ ਹੈ। ਜਾਂ ਫਿਰ ਜੇ ਉੱਥੇ ਡਾਕਟਰ ਅਸੈਸ ਕਰੇਗਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਤੁਹਾਨੂੰ ਕੁਝ ਅਲਾਮਤਾਂ ਕਰੋਨਾ ਦੇ ਨਾਲ ਪੋਜ਼ੀਟਿਵ ਨਾਲ ਸੰਬੰਧਿਤ ਲੱਗਦੀਆਂ, ਤਾਂ ਉਹ ਇੱਕ ਬਹੁਤ ਸਿੰਪਲ ਜਿਹਾ ਟੈਸਟ ਹੈ, ਉਹ ਸਾਡੇ ਭਾਰਤ ਸਰਕਾਰ ਦੇ ਸਾਰੇ ਹੀ ਰਾਜ ਸਰਕਾਰ ਦੇ ਸਾਰੇ ਹੀ ਹਸਪੀਟਲ ਦੇ ਵਿੱਚ ਅਵੇਲੇਬਲ ਨੇ। ਤਾਂ ਉਹ ਟੈਸਟ ਜਿਹੜਾ ਹੈ ਸਾਨੂੰ ਇਸ ਤੋਂ ਨਿਜਾਤ ਦਿਵਾਉਂਦਾ ਹੈ, ਸਾਡੇ ਭੈ ਤੋਂ ਮੁਕਤ ਕਰਦਾ ਹੈ, ਅਤੇ ਇਹਦੇ ਨਾਲ ਬਹੁਤ ਹੀ ਵਿਵਸਥਿਤ ਤਰੀਕੇ ਨਾਲ ਜਿਹੜਾ ਸਾਨੂੰ ਟਰੀਟਮੈਂਟ ਮਿਲਦਾ, ਤਾਂ ਸਹਿਜੇ ਨਾਲ ਅਸੀਂ ਠੀਕ ਹੋ ਸਕਦੇ ਹਾਂ। ਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਠੀਕ ਕਿਹਾ ਵੀ ਨਾਲ ਦੀ ਨਾਲ ਜਦੋਂ ਵੀ ਤੁਹਾਨੂੰ ਬੁਖਾਰ ਜਾਂ ਖੰਘ ਖਾਂਸੀ ਦੀ ਸ਼ਿਕਾਇਤ ਹੁੰਦੀ ਹੈ ਤਾਂ ਨਾਲ ਦੀ ਨਾਲ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਆ ਅਤੇ ਟੈਸਟ ਕਰਾਉਣਾ ਚਾਹੀਦਾ। ਟੈਸਟ ਕਰਾਉਣ ਤੋਂ ਡਰਨਾ ਨਹੀਂ ਚਾਹੀਦਾ। ਖਾਸ ਕਰਕੇ ਆਪਾਂ ਪੰਜਾਬ ਦੇ ਵਿੱਚ ਡਾਕਟਰ ਸਾਹਿਬ ਦੇਖ ਰਹੇ ਹਾਂ, ਪਿੰਡਾਂ ਦੇ ਵਿੱਚ ਜਿਹੜੀ ਸਥਿਤੀ ਆਪਾਂ ਸਮਝਦੇ ਹਾਂ, ਕਿਸੇ ਨਾਲ ਗੱਲ ਕਰਦੇ ਹਾਂ ਤਾਂ ਜ਼ਿਆਦਾਤਰ ਲੋਕਾਂ ਦਾ ਇਹ ਕਹਿਣਾ ਵੀ ਕਰੋਨਾ ਕੁਛ ਨਹੀਂ ਹੈਗਾ। ਮਤਲਬ ਆਮ ਲੋਕਾਂ ਦੇ ਵਿੱਚ ਇਹ ਬੜੀ ਗੰਭੀਰ ਚਿੰਤਾ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਕਿ ਲੋਕ ਇਸ ਨੂੰ ਸੀਰੀਅਸ ਨਹੀਂ ਲੈਂਦੇ। ਪੇਂਡੂ ਲੋਕ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਜਾਗਰੂਕਤਾ ਦੀ ਘਾਟ ਹੈ, ਅਤੇ ਉਹ ਲੋਕਾਂ ਨੂੰ ਵੀ ਅਸੀਂ ਆਪਣੇ ਪ੍ਰੋਗਰਾਮ ਦੇ ਰਾਹੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਇਸ ਬਿਮਾਰੀ ਦੀ ਗੰਭੀਰਤਾ ਨੂੰ ਸਮਝੋ, ਤਾਂ ਕਿ ਕਿਸੇ ਮੰਦਭਾਗੀ ਘਟਨਾ ਨਾ ਵਾਪਰੇ ਕਿਸੇ ਵੀ ਪਾਸੇ, ਕਿਉਂਕਿ ਇਹਦਾ ਫੈਲਾਅ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਆਪਾਂ ਕਰੋਨਾ ਦੇ ਨਾਲ ਜੰਗ ਦੇ ਵਿੱਚ ਸਰਕਾਰ ਦੀਆਂ ਗਾਈਡਲਾਈਨਾਂ ਦੇ ਮੁਤਾਬਕ ਲੜ ਸਕੀਏ। ਇਸ ਕਰਕੇ ਮਾਸਕ ਜ਼ਰੂਰ ਪਹਿਨਣਾ ਚਾਹੀਦਾ। ਜੀ ਡਾਕਟਰ ਸਾਹਿਬ, ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? ਅਤੇ ਅਸੀਂ ਤੁਹਾਡੇ ਨਾਲ ਲੜੀਵਾਰ ਪ੍ਰੋਗਰਾਮ ਹਰ ਵਿਸ਼ੇ ਦੇ ਉੱਤੇ ਕੰਟੀਨਿਊ, ਤੁਸੀਂ ਹਰ ਹਫ਼ਤੇ ਆਪਾਂ ਤੁਹਾਡੇ ਨਾਲ ਰਿਕਾਰਡ ਕਰਿਆ ਕਰਾਂਗੇ, ਤਾਂ ਕਿ ਜਿਹੜੀ ਬੜਮੁੱਲੀ ਜਾਣਕਾਰੀ ਆ ਸਾਡੇ ਆਯੁਰਵੇਦ ਬਾਰੇ, ਕਿਸ ਤਰ੍ਹਾਂ ਅਸੀਂ, ਸਾਡਾ ਸਰੀਰ ਹੈ ਇਹਦੇ ਵਿੱਚ ਹੈ ਕੀ ਆ, ਇਹਨੂੰ ਕੀ ਚਾਹੀਦਾ ਹੈ, ਕਿਸ ਤਰ੍ਹਾਂ ਅਸੀਂ ਆਪਣੇ ਸਰੀਰ ਦੀ ਸਿਹਤ ਸੰਭਾਲ ਕਰਨੀ ਆ, ਇਹਦੇ ਬਾਰੇ ਆਪਾਂ ਪ੍ਰੋਗਰਾਮ ਕਰਿਆ ਕਰਾਂਗੇ। ਜੀ ਡਾਕਟਰ ਸਾਹਿਬ, ਤੁਸੀਂ 2 ਸ਼ਬਦ ਸਾਡੇ ਦਰਸ਼ਕਾਂ ਬਾਰੇ ਜਾਣਨਾ ਪਾਓ। ਜਿਹੜਾ ਸਭ ਤੋਂ ਜ਼ਿਆਦਾ ਸਾਡੇ ਸਾਰਿਆਂ ਦੇ ਲਈ ਇੱਕ ਬਹੁਤ ਹੀ ਜ਼ਰੂਰੀ ਪੱਖ ਹੈ ਕਿ ਸਿਹਤ ਸੰਭਾਲ ਆਪਣੀ ਜੀਵਨ ਸ਼ੈਲੀ ਦੇ ਵਿੱਚ ਜਿਹੜਾ ਸਾਡਾ ਭੋਜਨ ਕਰਨਾ ਹੈ, ਸਵੇਰੇ 7 ਤੋਂ 8 ਵਜੇ ਤੱਕ ਸਵੇਰੇ ਭੋਜਨ, ਦੁਪਹਿਰ ਦੇ ਸਮੇਂ 1 ਤੋਂ 2 ਭੋਜਨ, ਸ਼ਾਮਾਂ ਨੂੰ 7 ਤੋਂ 8 ਵਜੇ ਤੱਕ ਭੋਜਨ। ਜਦੋਂ ਤੱਕ ਇੱਕ ਵਾਰੀ ਭੋਜਨ ਪਚ ਨਹੀਂ ਜਾਂਦਾ ਉਦੋਂ ਤੱਕ ਦੂਸਰੀ ਚੀਜ਼ ਦਾ ਸੇਵਨ ਨਹੀਂ ਕਰਨਾ, ਕਿਉਂਕਿ ਦਵਾਈਆਂ ਨੇ ਵੀ ਸਾਡੇ ਅੰਦਰ ਪਾਚਨ ਕਰਕੇ ਸਾਡੇ ਚੈਨਲਸ ਨੂੰ ਪਿਓਰ ਕਰਨਾ ਹੈ, ਖਾਲੀ ਕਰਨਾ ਹੈ, ਅਤੇ ਸਾਡੀ ਜਿਹੜੀ ਰੋਗਾਂ ਨਾਲ ਲੜਨ ਦੀ ਤਾਕਤ ਹੈ ਉਹ ਇਹੀ ਹੈ ਕਿ ਜਦੋਂ ਅਸੀਂ ਇੱਕ ਵਾਰੀ ਭੋਜਨ ਕੀਤਾ ਹੋਇਆ ਉਹ 4 ਜਾਂ 6 ਘੰਟੇ 'ਚ ਜਦੋਂ ਤੱਕ ਪੂਰੀ ਤਰ੍ਹਾਂ ਤੱਕ ਪਚ ਨਹੀਂ ਜਾਂਦਾ, ਉਸ ਤੋਂ ਪਹਿਲਾਂ ਕੁਝ ਖਾਣ ਤੋਂ ਗਰੇਜ਼ ਕਰੀਏ, ਤਾਂ ਕਿ ਜਿਹੜੀ ਸਾਡੀ ਆ ਡਾਈਜੈਸਟਿਵ ਫਾਇਰ ਹੈ ਉਹ ਮੇਨਟੇਨ ਰਹੇ, ਉਹ ਦਬ ਨਾ ਜਾਵੇ, ਉਹ ਲੋ ਨਾ ਹੋ ਜਾਵੇ। ਦੂਸਰਾ, ਸਾਨੂੰ ਨੀਂਦ ਪ੍ਰੋਪਰ ਲੈਣੀ ਚਾਹੀਦੀ ਹੈ।
ਰਾਤ ਨੂੰ ਸਮੇਂ ਸਿਰ ਸੋਣਾ ਤੇ ਘੱਟੋ ਘੱਟ 6 ਤੋਂ 8 ਘੰਟੇ ਦੀ ਨੀਂਦ, ਜਿਹੜੀ ਬੱਚਿਆਂ ਤੋਂ ਲੈ ਕੇ ਸਾਡੇ ਬਜ਼ੁਰਗਾਂ ਤੱਕ ਹੈ, ਘੱਟੋ ਘੱਟ 6 ਤੋਂ 8 ਘੰਟੇ ਦੀ ਨੀਂਦ ਜ਼ਰੂਰੀ ਹੈ। ਔਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਯੋਗ ਨੂੰ, ਐਕਸਰਸਾਈਜ਼ ਨੂੰ, ਇੱਕ ਕਸਰਤ ਨੂੰ ਵੀ ਕੁਝ ਸਮਾਂ ਕੱਢਦੇ ਹੋਏ ਆਪਣੇ ਜੀਵਨ 'ਚ ਜ਼ਰੂਰ ਐਡ ਕਰੀਏ, ਕਿਉਂਕਿ ਕੰਪਲੀਟ ਆਹਾਰ ਵਿਹਾਰ ਤੇ ਜਿਹੜਾ ਆਚਾਰ ਸਦਵਰਿਤ ਹੈ, ਤੇ ਐਕਸਰਸਾਈਜ਼ ਹੈ, ਮੈਡੀਟੇਸ਼ਨ ਹੈ, ਧਿਆਨ ਹੈ, ਯੋਗ ਹੈ, ਸਿਮਰਨ ਸਾਧਨਾ ਹੈ, ਇਹਨੂੰ ਵੀ ਆਪਣੇ ਜੀਵਨ ਦਾ ਇੱਕ ਹਿੱਸਾ ਬਣਾਈਏ, ਤਾਂ ਕਿ ਜਿਹੜਾ ਸਾਡਾ ਮਨ ਹੈ, ਮਨ ਦਾ ਖਿੰਡਾਓ ਹੈ, ਇਹ ਸਾਨੂੰ ਆਪਣੇ ਪ੍ਰਤੀ ਸੁਚੇਤ ਕਰੇ ਔਰ ਆਪਣੇ ਸਮਝ ਦੇ ਮੁਤਾਬਕ ਕਿਹੜੀ ਚੀਜ਼ ਸਾਨੂੰ ਪਚਦੀ ਹੈ ਉਹਦੀ ਪਛਾਣ ਕਰਨੀ, ਕਿਹੜੀ ਚੀਜ਼ ਸਾਨੂੰ ਨਹੀਂ ਪਚਦੀ ਉਹਦੀ ਪਛਾਣ ਕਰਨੀ ਤੇ ਉਹਦਾ ਪ੍ਰਤਿਆਗ ਕਰਨਾ, ਉਹਨੂੰ ਤਿਆਗ ਦੇਣਾ। ਲੰਬੀ ਉਮਰ ਦਾ ਜਿਹੜਾ ਰਾਜ ਹੈ, ਇਹ ਦੋ ਹੀ ਪੱਖ ਨੇ, ਹਿਤਾ ਹਿਤਮ ਸੁਖਮ ਦੁਖਮ ਆਯੁਸ ਤਸਯ ਹਿਤਾ ਹਿਤਮ ਮਾਨਵ ਚ ਤਚਯ ਤਰੁਕਤਮ ਆਯੁਰਵੇਦਾ ਸਹ ਉਚਤੇ। ਕਿ ਜਾਣਨਾ ਬੈਨੀਫੀਸ਼ੀਅਲ ਨੂੰ ਤੇ ਨਾਨ ਬੈਨੀਫੀਸ਼ੀਅਲ ਨੂੰ, ਹਿਤਕਰ ਤੇ ਅਹਿਤਕਰ ਨੂੰ, ਜਿਹੜੀ ਚੀਜ਼ ਸਿਖਾਉਂਦੀ ਹੈ ਤੇ ਜਿਹੜੀ ਚੀਜ਼ ਨਹੀਂ ਸਿਖਾਉਂਦੀ, ਉਸ ਦੀ ਜਾਣਕਾਰੀ ਹੀ ਲੰਬੀ ਉਮਰ ਦਾ ਰਾਜ ਹੈ। ਤੋ ਸੋ ਅਸੀਂ ਇਸ ਜਾਣਕਾਰੀ ਨੂੰ ਲੜ ਬੰਨੀਏ। ਤੇ ਸਿਹਤ ਦਾ ਜਿਹੜਾ ਘਰ ਹੈ, ਇਹ ਬਹੁਤ ਹੀ ਲੰਬਾ ਚੌੜਾ ਘਰ ਹੈ, ਲੇਕਿਨ ਸਹਿਜ ਰੂਪ ਦੇ ਵਿੱਚ ਅਗਰ ਸਿਆਣਿਆਂ ਦੀ ਗੱਲ ਸਤ ਵਚਨ ਕਰਕੇ ਮੰਨ ਲਈਏ ਤਾਂ ਸਾਨੂੰ ਖੋਜ ਕਰਨ ਦੀ ਜ਼ਰੂਰਤ ਨਹੀਂ, ਸਾਨੂੰ ਲੱਭਣ ਦੀ ਜ਼ਰੂਰਤ ਨਹੀਂ ਹੈ। ਤੋ ਇਸ ਕਰਕੇ ਜਿਹੜਾ ਸੁੱਖ ਦਾ ਖਜ਼ਾਨਾ ਸਤਵਚਨ ਦੇ ਵਿੱਚ ਹੈ, ਸਾਡੇ ਜਿਹੜੇ ਆਯੁਰਵੇਦ ਦੇ, ਸਾਡੇ ਅਧਿਆਤਮਿਕ ਘਰ ਦੇ, ਗੁਰਬਾਣੀ ਦੇ ਘਰ ਦੇ, ਜਿਹੜੇ ਸਾਡੇ ਪਿਛਲਾ ਵਿਰਸਾ ਹੈ, ਅਸੀਂ ਉਹਦੇ 'ਚ ਸਤਵਚਨ ਕਰਦੇ ਹੋਏ ਅਗਰ ਅਸੀਂ ਇਸ ਨੂੰ ਫੋਲੋ ਕਰਾਂਗੇ ਤਾਂ ਸਾਡੀ ਇਮਿਊਨਿਟੀ ਸਹਿਜੇ ਨਾਲ ਬਣੀ ਰਹੇਗੀ। ਕੋਈ ਵੀ ਬੈਕਟੀਰੀਆ, ਵਾਇਰਸ ਸਾਡੇ ਅੰਦਰ ਇਨਵੇਡ ਕਰਕੇ, ਸਾਡੇ ਅੰਦਰ ਜਾ ਕੇ ਬਿਲਕੁਲ ਵੀ ਨੁਕਸਾਨ ਨਹੀਂ ਕਰ ਸਕਦਾ। ਸੋ ਸਵੇਰੇ ਖਾਲੀ ਪੇਟ ਵੀ ਅੱਜ ਕੱਲ੍ਹ ਬਿਨਾਂ ਮਤਲਬ ਤੋਂ ਇੱਕੋ ਰੂਟੀਨ ਨੂੰ ਕਦੇ ਵੀ ਫੋਲੋ ਨਹੀਂ ਕਰਨਾ, ਇੱਕੋ ਸਮੇਂ ਤੇ ਹਰ ਇੱਕ ਚੀਜ਼ ਦਾ ਸੇਵਨ ਨਹੀਂ ਕਰਨਾ, ਨਿਤਾ ਪ੍ਰਤੀ ਡੇਲੀ ਗਰਮ ਪਾਣੀ ਦਾ ਸੇਵਨ ਨਹੀਂ ਕਰਦੇ ਜਾਣਾ, ਨਿਤਾ ਪ੍ਰਤੀ ਠੰਡੇ ਪਾਣੀ ਦਾ ਸੇਵਨ ਨਹੀਂ ਕਰਦੇ ਜਾਣਾ। ਇਸ ਨੂੰ ਆਪਾਂ ਥੋੜ੍ਹੀ ਜਿਹੀ ਬ੍ਰੇਕ ਦੇ ਕੇ, ਹਫਤੇ ਦੇ ਵਿੱਚ ਕਿਸੇ ਦਿਨ ਬ੍ਰੇਕ ਦੇ ਦਿਓ, 4 ਦਿਨ ਲੈ ਲਓ, ਕਿਸੇ ਦਿਨ ਨਾ ਲਓ। ਔਰ ਇੱਕ ਐਸੀ ਤਰ੍ਹਾਂ ਹੀ ਨਾਸ਼ਤੇ ਦੇ ਵਿੱਚ ਵੀ ਹੈ, ਹਲਕਾ ਵਧੀਆ ਸੁਪਾਚਿਆ ਭੋਜਨ, ਆਪਣੀ ਭੁੱਖ ਦੇ ਮੁਤਾਬਕ, ਆਪਣੀ ਪਾਚਨ ਸ਼ਕਤੀ ਦੇ ਮੁਤਾਬਕ, ਆਪਣੀ ਉਮਰ ਦੇ ਮੁਤਾਬਕ, ਆਪਣੇ ਕਿਸੇ ਰੋਗ ਦੇ ਮੁਤਾਬਕ ਸਾਨੂੰ ਭੋਜਨ ਕਰਨਾ ਤੇ ਉਹਨੂੰ ਸਮਝਣਾ ਨਿਹਾਇਤ ਹੀ ਜ਼ਰੂਰੀ ਹੈ। ਤੇ ਸੋ ਸਾਡੀ ਗੱਲ ਇਹੀ ਹੈ ਕਿ ਆਪਣੇ ਐਸੀ ਤਰ੍ਹਾਂ ਹੀ ਮਨ ਨੂੰ ਸਮਝਣਾ, ਕਿਹੜੀਆਂ ਚੀਜ਼ਾਂ ਮਨ ਨੂੰ, ਕਿਹੜੇ ਭਾਵ ਮਨ ਨੂੰ ਸੁੱਖ ਦਿੰਦੇ ਨੇ ਤੇ ਕਿਹੜੇ ਭਾਵ ਸਾਡੇ ਮਨ ਨੂੰ ਦੁੱਖ ਦਿੰਦੇ ਨੇ। ਅਸੀਂ ਇਹਨਾਂ ਨੂੰ ਸਮਝਦੇ ਹੋਏ ਅਗਰ ਆਪਣਾ ਜੀਵਨ ਬਸਰ ਕਰਾਂਗੇ, ਆਪਣਾ ਜੀਵਨ ਜੀਵਾਂਗੇ, ਤਾਂ ਕਿਸੇ ਵੀ ਖੌਫ ਤੋਂ ਮੁਕਤ ਹੋ ਕੇ, ਭੈ ਮੁਕਤ ਹੋ ਕੇ ਅਸੀਂ ਆਪਣਾ ਜੀਵਨ ਜੀ ਸਕਦੇ ਹਾਂ। ਤੇ ਹਰ ਇੱਕ ਭੋਜਨ ਨੂੰ ਕਰਦੇ ਸਮੇਂ ਅਗਰ ਅਸੀਂ ਆਪਣੇ ਪਰਮੇਸ਼ਰ ਨੂੰ, ਪ੍ਰਭੂ ਨੂੰ ਯਾਦ ਕਰੀਏ ਤੇ ਇਹ ਸੋਚੀਏ ਕਿ ਜੇ ਮੈਨੂੰ ਇਸਨੇ ਇੱਕ ਕਿਣਕਾ ਦਿੱਤਾ ਹੈ, ਚਾਹੇ ਉਹ ਭੋਜਨ ਦਾ ਕਣ ਹੈ, ਚਾਹੇ ਉਹ ਕਿਸੇ ਜਲ ਦਾ ਪਾਣ ਹੈ, ਕਿਸੇ ਪੇय ਪਦਾਰਥ ਦਾ ਕਣ ਹੈ, ਅਗਰ ਅਸੀਂ ਉਸ ਨੂੰ ਪ੍ਰਸ਼ਾਦ ਰੂਪ ਸਮਝ ਕੇ ਸੇਵਨ ਕਰੀਏ, ਸਰਬ ਰੋਗ ਕਾ ਔਖਦ ਨਾਮ। ਸੋ ਸਾਰੇ ਰੋਗਾਂ ਦੀ ਇੱਕੋ ਦਵਾਈ ਹੈ, ਨਾਮ। ਇਹ ਸਾਡੇ ਸਰੀਰ ਦੇ ਅੰਦਰ ਪੇਸ਼ੈਂਸ ਪੈਦਾ ਕਰਦੀ ਹੈ, ਓਜ, ਤੇਜ, ਬਲ ਪੈਦਾ ਕਰਦੀ ਹੈ। ਤੇ ਸਾਨੂੰ ਇਹ ਜਿਹੜੀ ਆਪਦਾ ਆਈ ਹੈ, ਇਹਨੂੰ ਵੀ ਸਹਿਜੇ ਨਾਲ ਨਜਿੱਠਣ ਦੇ ਲਈ ਇੱਕ ਫੇਜ਼ ਹੈ, ਜੇ ਆਇਆ ਤੇ ਇਹਨੇ ਚਲੇ ਜਾਣਾ, ਤੇ ਇਸ ਤੋਂ ਭੈ ਨਹੀਂ ਖਾਣਾ। ਤੇ ਅਸੀਂ ਆਪਣੀਆਂ ਜਿਹੜੀਆਂ ਸਾਡੀ ਸਰਕਾਰ ਹੈ, ਇਹਦੀਆਂ ਹਦਾਇਤਾਂ ਨੇ, ਸਾਡੇ ਵੈਦ ਲੋਕ ਨੇ, ਸਾਡੇ ਆਯੁਰਵੈਦਿਕ ਮੈਡੀਕਲ ਆਫਿਸਰਸ ਨੇ, ਜਾਂ ਕਿਸੇ ਵੀ ਚਿਕਿਤਸਾ ਦੇ ਨਾਲ ਸੰਬੰਧ ਰੱਖਦੇ ਹੋਏ ਜਿਹੜੇ ਸਾਡੇ ਫਿਜ਼ੀਸ਼ੀਅਨਸ ਨੇ, ਸਾਨੂੰ ਉਹਨਾਂ ਦੀਆਂ ਗਾਈਡਲਾਈਨਸ ਨੂੰ ਸਰ ਮੱਥੇ ਰੱਖਦੇ ਹੋਏ, ਮੰਨਦੇ ਹੋਏ ਇਹਨਾਂ ਨੂੰ ਫੋਲੋ ਕਰਨਾ ਹੈ। ਤੇ ਅਸੀਂ ਆਪਣੇ ਆਪ ਨੂੰ ਯੋਗ ਜੋੜਦੇ ਹੋਏ ਚੰਗੀਆਂ ਚੀਜ਼ਾਂ ਨਾਲ, ਇੱਕ ਪੋਜ਼ਿਟਿਵ ਊਰਜਾ ਨਾਲ, ਇੱਕ ਸਕਾਰਾਤਮਕ ਸੋਚ ਦੇ ਨਾਲ ਅਸੀਂ ਯੋਗ ਰੱਖਦੇ ਹੋਏ ਜੀਵਨ ਜੀਣਾ ਹੈ। ਤੇ ਇਹ ਵੀ ਜਿਹੜੀ ਕਰੋਨਾ ਦਾ ਇੱਕ ਸਮਾਂ, ਕਰੋਨਾ ਕਾਲ ਹੈ, ਪੈਂਡੈਮਿਕ ਹੈ, ਸਹਿਜੇ ਨਾਲ ਅਸੀਂ ਇਹਦੇ ਚੋਂ ਨਿਕਲ ਜਾਵਾਂਗੇ, ਇਹੀ ਉਮੀਦ ਕਰਦੇ ਹੋਏ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਨੂੰ ਦਰਸ਼ਕਾਂ ਨਾਲ ਰੂਬਰੂ ਹੋਣ ਦਾ ਇਹ ਛੋਟਾ ਜਿਹਾ ਇੱਕ ਮੌਕਾ ਦਿੱਤਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜਮੁੱਲੇ ਵਿਚਾਰ ਨੇ, ਜਿਹੜੇ ਤੁਹਾਡਾ ਤਜਰਬਾ ਹੈ, ਆਯੁਰਵੇਦ ਦੀ ਜਿਹੜੀ ਤੁਸੀਂ ਸਿੱਖਿਆ ਲਈ ਆ, ਆਯੁਰਵੇਦ ਦਾ ਤੁਸੀਂ ਇਲਾਜ ਮਰੀਜ਼ਾਂ ਦਾ ਕਰਦੇ ਹੋ ਆਯੁਰਵੇਦ ਦੇ ਨਾਲ,
ਬਹੁਤ ਹੀ ਪੁਰਾਣਾ ਖਜ਼ਾਨਾ ਹੈ ਸਾਡੇ ਬਜ਼ੁਰਗਾਂ ਦਾ ਆਯੁਰਵੇਦ। ਅਤੇ ਤੁਸੀਂ ਦਰਸ਼ਕਾਂ ਨੂੰ ਬੜਾ ਚਾਨਣਾ ਪਾਇਆ ਕਰੋਨਾ ਦੇ ਬਾਰੇ, ਕਿਵੇਂ ਕਰੋਨਾ ਨਾਲ ਲੜਨਾ ਹੈ, ਘਬਰਾਉਣਾ ਨਹੀਂ ਹੈਗਾ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਹਫਤੇ ਤੁਹਾਡੇ ਨਾਲ ਫਿਰ ਮਿਲਾਂਗੇ ਜੀ। ਤਦ ਤੱਕ ਲਈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਅਤੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ। ਅਤੇ ਦਰਸ਼ਕ ਸਾਡੇ ਨਾਲ ਜੁੜੇ ਰਹਿਣਗੇ ਜੀ ਅਗਲੇ ਹਫਤੇ। ਤਦ ਤੱਕ ਲਈ ਤੁਸੀਂ ਸਾਰੇ ਦੇਖਦੇ ਰਹੋ ਪੰਜਾਬ ਅਪਡੇਟ TV। ਕੈਨੇਡਾ ਅਤੇ ਅਮਰੀਕਾ, ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਧੰਨਵਾਦ। Audio Jungle.